Donald Trump could announce his reciprocal tariff plans before he meets with Indian Prime Minister Modi on Thursday, White House said. Trump ਚਾਬਹਾਰ ਪੋਰਟ ਦੇ ਉੱਤੇ ਸੈਂਕਸ਼ਨਸ ਲਾਉਣ ਦੀ ਗੱਲ ਕਰੇਗਾ ਇੰਡੀਆ ਤੇ, ਇਹ ਵੀ ਫੋਰਸ ਕਰੇਗਾ ਕਿ ਵੀ ਤੁਸੀਂ ਆਇਲ ਔਰ ਦੂਜਾ ਸਾਡੇ ਤੋਂ ਖਰੀਦੋ। ਇੰਡੀਆ ਇਸ ਵੇਲੇ ਸਾਊਦੀ ਅਰੇਬੀਆ ਤੋਂ ਬਾਅਦ ਸਭ ਤੋਂ ਵੱਡਾ ਬਾਇਰ ਹੈ ਡਿਫੈਂਸ ਫੀਲਡ ਦੇ ਵਿੱਚ। ਉਹਨਾਂ ਦਾ ਬਜਟ ਦਾ ਇੱਕ ਵੱਡਾ ਹਿੱਸਾ ਇਸ ਕੰਮ ਤੇ ਲੱਗਿਆ ਹੋਇਆ ਔਰ ਇਹ ਅਮਰੀਕਾ ਟਰੰਪ ਇਹ ਵੀ ਕਹਿ ਰਿਹਾ ਵੀ ਰੂਸ ਤੋਂ ਘਟਾਓ, ਸਾਡੇ ਤੋਂ ਜ਼ਿਆਦਾ ਖਰੀਦੋ। As PM Modi is expected to discuss Elon Musk's India entry, Starlink steals a march into Bhutan. ਪਹਿਲਾਂ ਇੰਡੀਆ ਨੇ ਡਿਊ ਟੂ ਸਿਕਿਉਰਿਟੀ ਰੀਜ਼ਨਸ ਔਰ ਦੂਸਰਾ ਰਿਲਾਇੰਸ ਜੋ ਉਹਨੂੰ ਫਾਇਦਾ ਪਹੁੰਚਾਉਣ ਲਈ ਇਹਨਾਂ ਦੇ ਉੱਤੇ ਪਾਬੰਦੀ ਲਵਾਈ ਹੋਈ ਸੀ। ਲੇਕਿਨ ਹੁਣ ਕਿਉਂਕਿ ਐਲਨ ਮਸਕ ਅਸਲ ਦੇ ਵਿੱਚ ਪ੍ਰੈਜ਼ੀਡੈਂਟ ਦੀ ਕੁਰਸੀ ਤੇ ਦਿਨੇ ਟਰੰਪ ਬਹਿੰਦਾ ਹੈ, ਰਾਤ ਨੂੰ ਉਹ ਬਹਿ ਕੇ ਕੰਮ ਕਰਦਾ ਹੈ। ਸੋ ਹੁਣ ਇਹਨਾਂ ਨੂੰ ਵੀ ਪਤਾ ਹੈ ਕਿ ਭਾਈ ਕਿਵੇਂ ਆਪਣੀ ਜਾਨ ਬਚਾਉਣੀ ਹੈ। 7,25,000 ਇਲੀਗਲ ਇੰਡੀਅਨ ਉਹ ਅਮਰੀਕਾ 'ਚ ਨੇ, ਜਿਨ੍ਹਾਂ 'ਚੋਂ 18,000 ਦੀ ਸ਼ਨਾਖਤ ਹੋ ਚੁੱਕੀ ਹੈ ਜਾਂ ਆਲਰੇਡੀ ਇਹਨਾਂ ਦੀ ਕਸਟਡੀ 'ਚ ਨੇ ਜਾਂ ਜਿਨ੍ਹਾਂ ਦੀ ਡਿਪੋਰਟੇਸ਼ਨ ਲੱਗੀ ਹੋਈ ਹੈ। ਇੱਥੇ ਆਉਣ ਤੋਂ ਪਹਿਲਾਂ ਆਪੋਜੀਸ਼ਨ ਨੇ ਵੀ ਪ੍ਰਵੇਲ ਕੀਤਾ ਮੋਦੀ ਤੇ ਕਿ ਜੀ ਉਹ ਟਰੰਪ ਦੇ ਨਾਲ ਇਸ ਇਸ਼ੂ ਨੂੰ ਚੁੱਕੇ ਕਿ ਫੇਅਰ ਟ੍ਰੀਟਮੈਂਟ ਟੂ ਦਾ ਇੰਡੀਅਨ ਸਿਟੀਜ਼ਨਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਿਲ ਨੇ। ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਇਸ਼ੂਜ਼ ਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਧੰਨਵਾਦ ਜੀ ਡਾਕਟਰ ਸਾਹਿਬ। ਅੱਜ 12 ਫਰਵਰੀ 2025 ਪਹਿਲੀ ਫੱਗਣ ਨਾਨਕਸ਼ਾਹੀ ਸੰਮਤ 556 ਦਾ ਦਿਨ ਹੈ। ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸ ਰਹੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬਾਪਨ ਕੈਨੇਡਾ, ਰੋਕੂ, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦੇ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਕਲੀਵਲੈਂਡ ਓਹਾਇਓ ਤੋਂ ਬੀਬੀ ਸਤਨਾਮ ਕੌਰ ਰੈਣਾ ਜੀ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਬੀਬੀ ਸਤਨਾਮ ਕੌਰ ਰੈਣਾ ਜੀ ਹੋਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੋਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984, ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵਿਊਅਰਸ, ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕੱਲ ਯਾਨੀ ਕਿ 13 ਫਰਵਰੀ ਨੂੰ ਪ੍ਰੈਜ਼ੀਡੈਂਟ ਟਰੰਪ ਅਤੇ ਮੋਦੀ ਦੀ ਵਾਈਟ ਹਾਊਸ ਵਿੱਚ ਮੁਲਾਕਾਤ ਹੋਣ ਜਾ ਰਹੀ ਹੈ ਔਰ ਵਪਾਰ, ਮਸੂਲ, ਚੁੰਗੀ, ਇਮੀਗ੍ਰੇਸ਼ਨ, ਚਾਬਹਾਰ ਪੋਰਟ ਆਦਿ ਵਿਸ਼ਿਆਂ ਤੇ ਗੱਲਬਾਤ ਹੋਣ ਦੀਆਂ ਸੰਭਾਵਨਾਵਾਂ ਨੇ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਰਾਜ ਸਾਹਿਬ, ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਭੈਣ ਜੀ ਸਤਨਾਮ ਕੌਰ ਰੈਣਾ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਹੁਣ ਅਸੀਂ ਵਰਜੀਨੀਆ ਤੋਂ ਸ਼ਿਫਟ ਕਰਕੇ ਓਹਾਇਓ ਪਹੁੰਚ ਗਏ ਔਰ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਪੁਰਬ ਬੜੇ ਉਤਸ਼ਾਹ ਦੇ ਨਾਲ ਗੁਰਦੁਆਰਾ ਗੁਰੂ ਨਾਨਕ ਫਾਊਂਡੇਸ਼ਨ ਓਹਾਇਓ, ਕਲੀਵਲੈਂਡ ਓਹਾਇਓ ਸਟੇਟ ਹੈ, ਕਲੀਵਲੈਂਡ ਸਿਟੀ ਹੈ, ਉਸ ਦਾ ਸੁਬਰਬ ਹੈ ਜਿੱਥੇ ਇਹ ਬੜਾ ਖੂਬਸੂਰਤ ਗੁਰਦੁਆਰਾ ਸਾਹਿਬ ਹੈ, ਉੱਥੇ ਮਨਾਇਆ ਗਿਆ ਸੀ। ਅਸੀਂ ਉਹਦੇ 'ਚ ਪਾਰਟੀਸਪੇਟ ਕੀਤਾ। ਭਾਈ ਨਰਿੰਦਰ ਸਿੰਘ ਪਰਿਵਾਰ ਵੀ ਵਰਜੀਨੀਆ ਤੋਂ ਆਏ ਸਨ ਔਰ ਭਾਈ ਗੁਰਦੇਵ ਸਿੰਘ ਕਲਾਮਾਜ਼ੂ ਵੀ ਆਏ
ਔਰ ਉਸ ਦੀ ਕਵਰੇਜ ਵੀ ਅਸੀਂ ਆਪਣੇ ਵਿਊਅਰਸ ਤੱਕ ਪਹੁੰਚਾਈ ਸੀ। ਜੀ। ਔਰ ਉੱਥੇ ਜਿਹੜੇ ਕੁਝ ਪਰਿਵਾਰ ਪੰਥ ਨੂੰ ਸਮਰਪਿਤ ਨੇ, ਪੂਰੀ ਡੈਡੀਕੇਸ਼ਨ ਦੇ ਨਾਲ ਲੱਗੇ ਹੋਏ ਨੇ, ਉਹਦੇ 'ਚ ਇਹ ਸਾਡੇ ਵੀਰ ਡਾਕਟਰ ਰੈਣਾ ਵੈਟਨੇਰੀਅਨ ਨੇ, ਜੰਮੂ ਕਸ਼ਮੀਰ ਨਾਲ ਇਹਨਾਂ ਦਾ ਸੰਬੰਧ ਹੈ। ਔਰ ਆਪ ਵੀ ਡਾਕਟਰ ਸਾਹਿਬ ਨਿਹਾਇਤ ਸ਼ਰੀਫ ਔਰ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰਾਂ 'ਚੋਂ ਵੀ ਰਹੇ। ਅਤੇ ਭੈਣ ਜੀ ਸਤਨਾਮ ਕੌਰ, ਉਹਨਾਂ ਦੇ ਨਾਲ ਗੁਫ਼ਤਗੂ ਕਰਕੇ ਪੂਰਾ ਤੁਹਾਨੂੰ ਇੱਕ ਖਾਲਸਾਈ ਜਾਓ ਜਲਾਲ ਵਾਲੀਆਂ ਜਿਹੜੀਆਂ ਸਾਡੀਆਂ ਸਿੰਘਣੀਆਂ ਨੇ ਉਹਨਾਂ ਦਾ ਪ੍ਰਭਾਵ ਮਿਲਦਾ ਹੈ। ਨਾਈਸ। ਔਰ ਪਿਛਲੇ ਵਰੇ ਵੀ ਉਹਨਾਂ ਨੇ ਜਿਹੜਾ ਕਾਫੀ ਉਤਸ਼ਾਹ ਦੇ ਨਾਲ TV 84 ਦੀ ਸਰਾਹਨਾ ਕੀਤੀ ਸੀ, ਔਰ ਇਸ ਵਾਰ ਵੀ ਉਹਨਾਂ ਨੇ ਜਿਹੜਾ ਯਥਾਸ਼ਕਤ ਕੰਟਰੀਬਿਊਟ ਕੀਤਾ। ਸੋ ਅਸੀਂ ਡਾਕਟਰ ਰੈਣਾ, ਭੈਣ ਜੀ ਸਤਨਾਮ ਕੌਰ, ਇਹਨਾਂ ਦਾ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ। ਅੱਛਾ। ਜਿਵੇਂ ਅਸੀਂ ਕੱਲ੍ਹ ਵੀ ਦੱਸਿਆ ਸੀ ਕਿ ਵੱਡਾ ਦਿਨ ਆ ਰਿਹਾ, ਸਾਡੇ ਲਈ ਤਾਂ ਵੱਡਾ ਦਿਨ ਉਹੀ ਹੁੰਦਾ ਹੈ ਜਦੋਂ ਪ੍ਰੋਟੈਸਟ ਰੈਲੀਆਂ ਹੋਣ ਜਾਂ ਖਾਲਿਸਤਾਨ ਦਾ ਝੰਡਾ ਬੁਲੰਦ ਕਰਨ ਦੇ ਲਈ ਕਿਤੇ ਵੀ ਕੋਈ ਪ੍ਰੋਗਰਾਮ ਉਲੀਕੇ ਹੋਣ। ਔਰ ਜਦੋਂ ਇਹ ਬਣਿਆ ਬਣਾਇਆ ਮੌਕਾ ਹੁੰਦਾ, ਜਦੋਂ ਵੀ ਕੋਈ ਭਾਰਤ ਦਾ ਟੌਪ ਡਿਗਨਿਟਰੀ ਹੈ, ਉਹ ਭਾਵੇਂ ਇੱਥੇ ਯੂਨਾਈਟਿਡ ਨੇਸ਼ਨਸ 'ਚ ਐਡਰੈਸ ਕਰਨ ਆਉਣ ਸਤੰਬਰ ਦੇ ਮਹੀਨੇ, ਅਤੇ ਜਿਹੜੀ ਵਾਈਟ ਹਾਊਸ ਮੀਟਿੰਗ ਹੁੰਦੀ ਹੈ ਕਿਸੇ ਵੀ ਪ੍ਰਾਈਮ ਮਿਨਿਸਟਰ ਦੀ ਇੰਡੀਆ ਦੇ, ਉਹ ਤਾਂ ਬੜੇ ਸ਼ਾਰਟ ਨੋਟਿਸ 'ਤੇ ਹੀ ਹੁੰਦੀ ਹੈ। ਔਰ ਇਸ ਵਾਰ ਵੀ ਜਦੋਂ ਕਿ 20 ਜਨਵਰੀ ਨੂੰ ਪ੍ਰੈਜ਼ੀਡੈਂਟ ਟਰੰਪ ਨੇ ਸਹੁੰ ਚੁੱਕੀ, ਉਸ ਤੋਂ ਬਾਅਦ ਜਿਹੜੇ VIP ਜਾਂ ਜਿਹੜੇ ਮੋਸਟ ਇੰਪੋਰਟੈਂਸ ਵਾਲੇ ਉਹਨਾਂ ਦੇ ਕੋਲ ਉਹਨਾਂ ਨੂੰ ਮਿਲਣ ਆਏ, ਉਹਨਾਂ 'ਚ ਜ਼ਾਹਰ ਹੈ ਨੇਤਨਯਾਹੂ ਪਹਿਲਾ ਗੈਸਟ ਸੀ ਵਾਈਟ ਹਾਊਸ ਦੇ ਵਿੱਚ। ਫਿਰ ਅਸੀਂ ਦੇਖਿਆ ਕਿ ਜਾਪਾਨ ਦਾ ਪ੍ਰੀਮੀਅਰ ਔਰ ਜਾਰਡਨ ਦਾ ਕਿੰਗ, ਔਰ ਹੁਣ ਜਿਹੜਾ ਆਉਂਦੇ ਕੱਲ੍ਹ 13 ਤਰੀਕ ਨੂੰ ਮੋਦੀ। ਫਰਕ ਇੰਨਾ ਹੈ ਕਿ ਇਹ ਜਿਹੜੇ ਦੂਸਰੇ ਮੈਂ ਨਾਂ ਲਏ ਨੇ, ਇਹਨਾਂ ਨੂੰ ਖੁਦ ਵਾਈਟ ਹਾਊਸ ਨੇ ਇਨਵਾਈਟ ਕੀਤਾ, ਅਤੇ ਮੋਦੀ ਨੇ, ਕਿਉਂਕਿ ਇਹਨਾਂ ਦੀ ਪ੍ਰੈਸ ਬਰੀਫਿੰਗ ਤੋਂ ਵੀ ਕਲੀਅਰ ਸੀ ਕਿ ਦੇ ਆਸਕਡ ਫॉर ਦਿਸ ਮੀਟਿੰਗ। ਇਹ ਤਰਲੇ ਕਰਕੇ ਜਿੱਥੇ ਪਹਿਲੀ ਸਟੇਜ 'ਤੇ ਇਨਵੀਟੇਸ਼ਨ ਵੀ ਨਹੀਂ ਸੀ ਲੈ ਸਕੇ, ਉੱਥੇ ਉਹਨਾਂ ਦੀ ਮੰਗ ਦੇ ਉੱਤੇ ਹੀ ਇਹ ਜਿਹੜੀ ਹੈ ਵਾਈਟ ਹਾਊਸ ਦੇ ਵਿੱਚ ਮੁਲਾਕਾਤ ਰੱਖੀ ਗਈ ਹੈ। ਆਲਰੇਡੀ ਕਿਉਂਕਿ ਮੋਦੀ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਮੁੱਦੇ 'ਤੇ ਜਿਹੜੀ ਫਰਾਂਸ ਪੈਰਿਸ ਦੇ ਵਿੱਚ ਸਮਿਟ ਹੋਈ, ਜਿਸ 100 ਤੋਂ ਜ਼ਿਆਦਾ ਮੁਲਕਾਂ ਦੇ ਪ੍ਰੈਜ਼ੀਡੈਂਟ, ਪ੍ਰੀਮੀਅਰ, ਵਾਈਸ ਪ੍ਰੈਜ਼ੀਡੈਂਟ ਜਾਂ ਉਹਨਾਂ ਦੇ ਫੋਰਨ ਮਿਨਿਸਟਰ ਸ਼ਾਮਲ ਹੋਏ, ਉਸ ਸ਼ਾਮਲ ਹੋਣ ਲਈ ਆਏ ਸੀ। ਔਰ ਉਹ ਆਪਣੀ ਫਰਾਂਸ ਦੀ ਜਿਹੜੀ ਫੇਰੀ ਨੂੰ ਰੈਪ ਕਰਕੇ ਆਲਰੇਡੀ ਜਿਹੜਾ ਨੇ ਉਹ ਉੱਥੇ DC ਪਹੁੰਚ ਚੁੱਕੇ ਹੋਣਗੇ, ਕਿਉਂਕਿ ਅਮਰੀਕਨ ਸਾਡੇ ਈਸਟ ਕੋਸਟ ਟਾਈਮ ਨਾਲੋਂ ਜਿਹੜਾ 5 ਘੰਟੇ ਦਾ ਫਰਕ ਵੀ ਹੈ। ਹਾਲਾਂ ਮੈਂ ਅੱਜ ਕਿਤੇ ਦੇਖ ਰਿਹਾ ਸੀ ਕਿ ਓਵਰਆਲ ਮੋਦੀ ਦਾ ਸਟੇ ਅਮਰੀਕਾ ਦੇ ਵਿੱਚ 24 ਆਵਰਸ ਦਾ, 24 ਘੰਟੇ ਦਾ। ਪਰ ਨਾਲ ਇਹ ਵੀ ਹੈ ਕਿ ਵਾਈਟ ਹਾਊਸ ਤੋਂ ਇਲਾਵਾ ਉਹਨੇ ਐਲਨ ਮਸਕ ਨੂੰ, ਬਿਜ਼ਨਸ ਐਗਜ਼ੈਕਟਿਵਸ ਨੂੰ, ਇੰਡੀਅਨ ਕਮਿਊਨਿਟੀ ਨੂੰ, ਔਰ ਮੇਬੀ ਕੁਝ ਹੋਰ ਵੀ ਜਿਹੜੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਜ਼ਿੰਮੇਵਾਰ ਲੋਕ ਨੇ ਉਹਨਾਂ ਨੂੰ ਮਿਲਣਾ ਹੈ। ਕਿਵੇਂ ਪਲਾਨ ਕੀਤਾ, ਕਿਉਂਕਿ ਸਿਕਿਉਰਿਟੀ ਰੀਜ਼ਨਸ ਕਰਕੇ ਇੰਟੈਲੀਜੈਂਸ ਦੇ ਹੁੰਦਿਆਂ ਬਹੁਤ ਵਾਰ ਸਾਰਾ ਸਕੈਜੂਲ ਤਾਂ ਸਾਹਮਣੇ ਨਹੀਂ ਆਉਂਦਾ, ਲੇਕਿਨ ਇਹ ਕਨਫਰਮਡ ਹੀ ਸੀ ਕਿ 13-14 ਅਮਰੀਕਾ ਦੇ ਵਿੱਚ ਹੋਣਾ, ਔਰ 13 ਦੀਆਂ ਮੀਟਿੰਗਸ ਦਾ ਹੀ ਜ਼ਿਕਰ ਸੀ। 14 ਤਾਂ ਸ਼ਾਇਦ ਟਰੰਪ ਨੇ ਵੀ ਨਹੀਂ ਸੀ ਮਿਲਣਾ, ਕਿਉਂਕਿ ਵੈਲੈਂਟਾਈਨ ਡੇ ਹੈ ਉਹਨੇ ਵੈਲੈਂਟਾਈਨ ਡੇ ਦੇ ਤਾਂ ਮੌਕੇ ਨਹੀਂ ਸੀ ਮਿਲਣਾ। ਸੋ ਸਾਡੀਆਂ ਜਥੇਬੰਦੀਆਂ ਨੇ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਸਿੱਖਸ ਫਾਰ ਜਸਟਿਸ, ਗੁਰਦੁਆਰਾ ਕਮੇਟੀਆਂ, ਸਾਡੇ ਲੋਕਲ ਵੀਰ ਭੈਣਾਂ ਨੇ ਪੂਰੇ ਉਤਸ਼ਾਹ ਦੇ ਨਾਲ ਇਸ ਨੂੰ ਜਵਾਬ ਦੇਣ ਦਾ, ਕਿਉਂਕਿ ਗੱਲ ਇਹ ਨਹੀਂ ਹੈ ਹਕੂਮਤਾਂ ਦੀਆਂ ਪਾਲਿਸੀਜ਼ ਕੀ ਨੇ, ਬਾਈਡਨ ਐਡਮਿਨਿਸਟ੍ਰੇਸ਼ਨ ਦੀ ਕੀ ਨੀਤੀ ਸੀ, ਇਹਨਾਂ ਨੇ ਕੀ ਡਿਸਕਸ ਕਰਨਾ ਹੈ, ਕੀ ਕੜੀ ਘੋਲਣੀ ਹੈ, ਅਤੇ ਕਿਹੜੀ ਘੋਲੀ ਜਿਹੜੀ ਹੈ ਉਹ ਕਿਵੇਂ ਵਰਤਾਉਣੀ ਹੈ, ਤਾਂ ਉਹਨਾਂ ਦੇ ਕੋਲ ਹੈ। ਬਟ ਘੱਟੋ ਘੱਟ ਅਸੀਂ ਜਿਹੜੇ ਕਿ ਇੱਕ ਵਿਕਟਮ ਹੈ ਸਟੇਟ ਟੈਰਰ ਦੇ ਵੀ, ਜਿਨ੍ਹਾਂ ਦੀਆਂ ਬੇਸਿਕ ਆਜ਼ਾਦੀਆਂ ਖੋਹੀਆਂ ਗਈਆਂ, 40 ਸਾਲ ਤੋਂ ਸਾਡੇ ਖਿਲਾਫ ਇੱਕ ਟੋਟਲ ਵਾਰ ਵਿੱਢੀ ਹੋਈ ਹੈ। ਔਰ ਇੰਡੀਅਨ ਸਟੇਟ ਦੀ ਦਹਿਸ਼ਤਗਰਦੀ ਦੇ ਖੂਨੀ ਹੱਥ ਕੈਨੇਡਾ, ਅਮਰੀਕਾ ਦੀ ਧਰਤੀ ਦੇ ਉੱਤੇ ਵੀ ਪਹੁੰਚੇ, ਜਿਸ ਦਾ ਨਤੀਜਾ 18 ਜੂਨ 2023 ਨੂੰ ਕੈਨੇਡਾ 'ਚ ਭਾਈ ਹਰਦੀਪ ਸਿੰਘ ਨਿੱਜਰ ਦੀ ਸ਼ਹਾਦਤ, ਔਰ ਕੁਛ ਦਿਨਾਂ ਬਾਅਦ ਹੀ ਜਿਹੜਾ ਗੁਰਪਤਵੰਤ ਪੰਨੂ ਮਰਡਰ ਪਲਾਟ ਉਹਨਾਂ ਨੇ ਡਿਜ਼ਾਈਨ ਕੀਤਾ ਹੋਇਆ ਸੀ, ਬੇਸ਼ੱਕ ਉਹ ਥਵਾਟ ਹੋਇਆ, ਉਹਨੂੰ ਫਾਇਲ ਕੀਤਾ ਗਿਆ, ਲੇਕਿਨ ਉਹਨਾਂ ਨੇ ਆਪਣੇ ਵੱਲੋਂ ਕੋਈ ਕਸਰ ਨਹੀਂ ਛੱਡੀ। ਸੋ ਜ਼ਾਹਰ ਹੈ ਕਿ ਵੀ ਇਹ ਮੋਦੀ ਦੇ ਸਿੱਧੇ ਹੁਕਮਾਂ ਦੇ ਥੱਲੇ, ਹਾਲਾਂ ਕੈਨੇਡੀਅਨ ਗਵਰਨਮੈਂਟ ਨੇ ਤਾਂ ਜਿੱਥੇ
ਉਹਨਾਂ ਦੇ ਟੌਪ 6 ਡਿਪਲੋਮੈਟ ਜਿਨ੍ਹਾਂ 'ਚ ਉਹਨਾਂ ਦਾ ਹਾਈ ਕਮਿਸ਼ਨਰ ਸੰਜੇ ਕੁਮਾਰ ਵਰਮਾ ਉਹਨਾਂ ਨੂੰ ਮੁਲਕ 'ਚੋਂ ਬਾਹਰ ਕੱਢਿਆ। ਹਾਈਐਸਟ ਜਿਹੜਾ ਉਹਨਾਂ ਨੇ ਕੈਨੇਡੀਅਨ ਪਬਲਿਕ ਇਨਕੁਆਇਰੀ ਦੇ ਵਿੱਚ ਵੀ ਅਮਿਤ ਸ਼ਾਹ ਦਾ ਨਾਂ ਆਇਆ। ਔਰ ਇਹ ਈਵਨ ਅਮਰੀਕਨ ਔਰ ਦੂਸਰਿਆਂ ਦਾ ਵੀ ਇਹ ਕਹਿਣਾ ਹੈ ਕਿ ਵੀ ਇਹ ਹੋ ਨਹੀਂ ਸਕਦਾ ਕਿ ਪ੍ਰਾਈਮ ਮਿਨਿਸਟਰ ਉਹਨੂੰ ਜਿਹੜਾ ਇਸ ਦਾ ਨੌਲੇਜ ਨਾ ਹੋਏ। ਅਸੀਂ ਤਾਂ ਪਹਿਲੇ ਦਿਨ ਤੋਂ ਇਸ ਨੂੰ ਚੰਡਾਲ ਚੌਕੜੀ ਦਾ ਨਾਂ ਦਿੱਤਾ ਸੀ ਕਿ ਜਿਸ ਦੇ ਵਿੱਚ ਮੋਦੀ, ਅਮਿਤ ਸ਼ਾਹ, ਅਜੀਤ ਡੋਵਲ ਔਰ ਐਸ ਜੈ ਸ਼ੰਕਰ ਸ਼ਾਮਲ ਨੇ। ਬਾਕੀ ਰਾਹ ਦਾ ਹੈਡ ਉਦੋਂ ਕੌਣ ਸੀ, ਬਾਅਦ 'ਚ ਕੌਣ ਬਣਾ ਦਿੱਤਾ ਹੈ, ਉਹ ਸਾਰੇ ਹੀ ਕਿਲਰ ਗੈਂਗ ਜਿਹੜੀ ਪੰਜਾਬ 'ਚ 90s ਦੇ ਵਿੱਚ ਜਿਨ੍ਹਾਂ ਨੇ ਸਿੱਖ ਨੌਜਵਾਨੀ ਨੂੰ ਝੂਠੇ ਪੁਲਿਸ ਮੁਕਾਬਲਿਆਂ 'ਚ ਮਾਰਿਆ, ਉਹ ਇੱਕ ਤੋਂ ਬਾਅਦ ਇੱਕ ਭਰਤੀ ਕੀਤੇ ਹੋਏ ਨੇ। ਹਾਲਾਂ ਜਿਹੜਾ ਉਸ ਦਾ ਇਹਨਾਂ ਨੇ ਪ੍ਰਾਈਮ ਅਕਿਊਜ਼ ਇੰਡੀਆ ਨੇ ਬਣਾ ਕੇ ਉਹਨੂੰ ਰੋਗ ਐਲੀਮੈਂਟ ਦਾ ਨਾਂ ਦੇ ਕੇ ਜ਼ਿੰਮੇਵਾਰੀ ਤੋਂ ਹੱਥ ਧੋਤੇ। ਉਹ ਵਿਕਾਸ ਯਾਦਵ ਨਾਂ ਦਾ IPS CRPF 'ਚੋਂ ਆਇਆ ਹੋਇਆ ਆਫਿਸਰ ਜਿਹਦਾ ਪਿੰਡ ਹਰਿਆਣੇ 'ਚ ਹੈ, ਉਸ ਨੂੰ ਜ਼ਿੰਮੇਵਾਰ ਠਹਿਰਾਇਆ ਗਿਆ। ਸੋ ਜ਼ਾਹਰ ਹੈ ਕਿ ਜੂਨ ਤੋਂ ਬਾਅਦ ਬੇਸ਼ੱਕ ਮੋਦੀ ਇੱਥੇ ਪਿਛਲੇ ਜਿਹੜਾ 2024 ਦੇ ਵਿੱਚ ਵੀ ਆਇਆ UN ਦੇ ਵਿੱਚ ਬੋਲਣ ਦੇ ਲਈ, ਔਰ ਬਾਈਡਨ ਦੇ ਨਾਲ ਉਹਦੀ ਮੁਲਾਕਾਤ ਉਹਦੇ ਡੈਲਾਵੇਅਰ ਘਰ 'ਚ ਹੋਈ, ਕੁਆਡ ਦੀ ਮੀਟਿੰਗ 'ਚ। ਉੱਥੇ ਵੀ ਜ਼ੋਰਦਾਰ ਪ੍ਰੋਟੈਸਟ ਡੈਲਾਵੇਅਰ 'ਚ ਵੀ ਸੀ ਔਰ ਨਿਊਯਾਰਕ ਦੇ ਵਿੱਚ ਵੀ ਪ੍ਰੋਟੈਸਟ ਕੀਤੇ ਗਏ। ਔਰ ਠੀਕ ਇਸੇ ਹੀ ਲਾਈਨ ਦੇ ਉੱਤੇ ਬੇਸ਼ੱਕ ਚੇਂਜ ਆਫ ਐਡਮਿਨਿਸਟ੍ਰੇਸ਼ਨ ਹੈ, ਅਜੇ ਪਤਾ ਨਹੀਂ ਹੈ ਕੀ ਡਾਇਰੈਕਸ਼ਨ ਇਹਨਾਂ ਨੇ ਲੈਣੀ ਹੈ, ਲੇਕਿਨ ਇੱਕ ਬੜਾ ਪ੍ਰਭਾਵਸ਼ਾਲੀ ਜ਼ੋਰਦਾਰ ਜਿਹੜਾ ਖਾਲਿਸਤਾਨ ਰੈਲੀ ਹੈ ਉਹ ਹੋਣ ਜਾ ਰਹੀ ਹੈ। ਆਲਮੋਸਟ 12 ਵਜੇ ਦੇ ਕਰੀਬ ਵਾਈਟ ਹਾਊਸ ਦੇ ਸਾਹਮਣੇ 1600 ਪੈਨਸਿਲਵੇਨੀਆ ਐਵਨਿਊ ਦੇ ਉੱਤੇ ਸੰਗਤਾਂ ਦਾ ਇਕੱਠ ਹੋਏਗਾ। ਔਰ ਫਿਰ ਜਿਵੇਂ 6 ਵਾਰ ਜਸਟਿਸ ਨੇ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ 2 ਵਜੇ ਦੇ ਕਰੀਬ ਮੋਦੀ ਦੀ ਅੰਤਮ ਯਾਤਰਾ ਫਿਊਨਰਲ ਜਿਹਨੂੰ ਸਿਆਪਾ ਕਹਿੰਦੇ ਨੇ ਉਹ ਰੱਖਿਆ ਹੋਇਆ। ਸੋ ਜ਼ਾਹਰ ਹੈ ਕਿ ਮੋਸਟ ਲਾਈਕਲੀ ਡਿਨਰ ਤੱਕ ਜਿਹੜਾ ਇਹਨਾਂ ਦਾ ਪ੍ਰੋਗਰਾਮ ਹੋਏਗਾ ਮੋਦੀ ਨੂੰ ਡਿਨਰ ਵੀ ਦੇਣ ਦਾ। ਹਾਲਾਂ ਇੱਕ ਜਿਹੜਾ ਸਟੇਟ ਡਿਨਰ ਹੁੰਦਾ ਹੈ ਜਿਹਦਾ ਪ੍ਰੋਟੋਕੋਲ ਹੈ ਉਹ ਤਾਂ ਨਹੀਂ ਹੈ, ਕਿਉਂਕਿ ਸ਼ਾਰਟ ਨੋਟਿਸ ਦੇ ਉੱਤੇ ਇਨਵਾਈਟ ਕੀਤਾ ਹੈ, ਵਰਕਿੰਗ ਡਿਨਰ ਹੀ ਹੋਏਗਾ। ਇਹ ਨਹੀਂ ਹੈ ਜਦੋਂ ਸਟੇਟ ਡਿਨਰ ਦਿੱਤਾ ਜਾਂਦਾ ਹੈ ਉਦੋਂ ਤਾਂ ਫਿਰ ਸਾਰੀਆਂ ਐਮਬੈਸੀਆਂ ਔਰ ਦੂਜੇ ਉਹ 500-600 ਬੰਦਿਆਂ ਦੀ ਲਿਸਟ ਹੁੰਦੀ ਹੈ। ਸੋ ਜਿਵੇਂ ਲਾਸਟ ਟਾਈਮ ਜਦੋਂ ਕਿ ਮੋਦੀ ਅਮਰੀਕਾ ਦੀ ਸੋਇਲ 'ਤੇ ਸੀ ਔਰ ਬਾਈਡਨ ਨੇ ਡਿਨਰ ਥਰੋ ਕੀਤਾ ਸੀ, ਉਹ ਸਟੇਟ ਡਿਨਰ ਵਾਂਗ ਸੀ। ਇਹ ਵਰਕਿੰਗ ਡਿਨਰ ਹੋਏਗਾ ਔਰ ਅਸੀਂ ਜਿਹੜਾ ਹੈ ਉਹਨੂੰ ਉਹਦੇ ਸ਼ਮੂਲੀਅਤ ਕਰਾਂਗੇ ਖਾਲਿਸਤਾਨ ਰੈਲੀ 'ਚ। ਔਰ ਅਸੀਂ ਅਪੀਲ ਵੀ ਕਰਦੇ ਹਾਂ ਕਿ ਬੇਸ਼ੱਕ ਹੁਣ ਜਿਹੜਾ ਸਨੋ ਸਟਾਰਮ ਹੈ ਉਹ ਵਾਸ਼ਿੰਗਟਨ DC ਨਿਊਯਾਰਕ 'ਚ ਠੱਲਿਆ ਗਿਆ, ਸੜਕਾਂ ਸਾਫ਼ ਨੇ, ਲੂਣ ਨਾਲ ਦੀ ਨਾਲੇ ਪਾ ਦਿੰਦੇ ਨੇ, ਤੇ ਅਸੀਂ ਉਹ ਲੂਣ ਵੀ ਥੋੜਾ ਰੱਖ ਲਈਏ ਕਿਉਂਕਿ ਮੋਦੀ ਨੂੰ ਵੀ ਲੂਣ ਦੇਣਾ ਤੇ ਲੂਣ ਤਾਂ ਹੀ ਦਿੱਤਾ ਜਾਏਗਾ ਜੇ ਉੱਥੇ ਪਹੁੰਚੋਗੇ। ਸੋ ਇਹ ਅਸੀਂ ਕੋਸ਼ਿਸ਼ ਕਰਾਂਗੇ ਕਿ ਉੱਥੋਂ ਜੇ ਲਾਈਵ ਟੈਲੀਕਾਸਟ ਕਰ ਸਕੇ ਤਾਂ ਵੀ। ਔਰ ਜੇ ਕਿਉਂਕਿ ਬਹੁਤ ਵਾਰ ਦਿੱਕਤ ਹੁੰਦੀ ਹੈ, ਵੈਦਰ ਬੇਸ਼ੱਕ ਕੱਲ੍ਹ ਠੀਕ ਹੈ ਵੈਦਰ, ਲੇਕਿਨ ਕਈ ਵਾਰ ਆਲੇ ਦੁਆਲੇ ਜੈਮਰ ਲੱਗੇ ਹੁੰਦੇ ਨੇ ਜਾਂ ਕਈ ਰੁਕਾਵਟਾਂ ਹੁੰਦੀਆਂ ਨੇ। ਸੋ ਅਸੀਂ ਵੀ ਜੁਆਇਨ ਕਰਾਂਗੇ ਆਪਣੀ ਟੀਮ ਦੇ ਨਾਲ ਔਰ ਅਸੀਂ ਪੁਰਜ਼ੋਰ ਅਪੀਲ ਕਰਦੇ ਹਾਂ, ਜਿਵੇਂ ਅਸੀਂ ਪਹਿਲਾਂ ਵੀ ਕਿਹਾ ਸੀ ਕਿ ਵੀ ਇਹ ਸਿੰਬੋਲਿਜ਼ਮ ਬਹੁਤ ਇੰਪੋਰਟੈਂਟ ਹੁੰਦਾ ਹੈ। ਬੇਸ਼ੱਕ ਨਵੀਂ ਹਕੂਮਤ ਦੇ ਨਾਲ ਮੋਦੀ ਆਪਣੀ ਪੁਰਾਣੀ ਯਾਰੀ ਦੇ ਵਾਸਤਾ ਦੇ ਕੇ ਹਾਲਾਤ ਨਾਰਮਲ ਕਰਨ ਦੀ ਕੋਸ਼ਿਸ਼ ਕਰੇਗਾ। ਟੋਟਲ ਸਰੈਂਡਰ ਤਾਂ ਕੀਤਾ ਹੀ ਹੋਇਆ, ਗਧੇ ਨੂੰ ਪਿਓ ਕਹਿਣਾ ਇਹ ਤਾਂ ਇਹਨਾਂ ਦੇ DNA ਵਿੱਚ ਹੈ। ਲੇਕਿਨ ਸਾਡੇ DNA 'ਚ ਵੀ ਤਾਂ ਬੋਤਾ ਸਿੰਘ, ਗਰਜਾ ਸਿੰਘ ਦਾ DNA ਹੈ ਜਿਹੜਾ ਇਹ ਸਾਨੂੰ ਯਾਦ ਦਹਾਨੀ ਕਰਵਾਉਂਦਾ ਹੈ ਕਿ ਅਸੀਂ ਜ਼ੁਲਮ ਨੂੰ ਵੰਗਾਰਨਾ, ਜ਼ੁਲਮ ਦੇ ਖਿਲਾਫ ਲੜਨਾ, ਅਸੀਂ ਇਸ ਧਰਤੀ ਦੇ ਉੱਤੇ ਸੱਚ, ਹੱਕ, ਇਨਸਾਫ ਦੀਆਂ ਕਦਰਾਂ ਕੀਮਤਾਂ ਦੇ ਲਈ ਜਿਹੜਾ ਖਲੋਣਾ। ਸੋ ਇਹ ਸਾਡੇ ਲਈ ਵੀ ਗੈਰਤ ਔਰ ਅਣਖ ਦਾ ਹਕੂਮਤਾਂ ਕੀ ਕਰਦੀਆਂ ਨੇ ਕੀ ਨਹੀਂ। ਜਦੋਂ ਸਿੱਖ ਕੌਮ ਨੇ 40 ਸਾਲ ਪਹਿਲਾਂ ਲਗਭਗ ਸਾਡੇ ਪ੍ਰਾਣ ਪਿਆਰੇ ਹਰਮੰਦਰ ਸਾਹਿਬ ਤੇ ਅਕਾਲ ਤਖਤ ਤੇ ਭਾਰਤੀ ਫੌਜ ਨੇ ਧਾਵਾ ਬੋਲਿਆ ਸੀ ਤੇ ਖਾਲਿਸਤਾਨ ਦੀ ਨੀਂਹ ਰੱਖਣ ਦਾ ਜ਼ਿਕਰ ਸੰਤ ਪਿੰਡਾਂ ਵਾਲਿਆਂ ਦੇ ਅਲਫਾਜ਼ ਸੀ ਔਰ ਇਸ ਦੇ ਉੱਤੇ ਅਸੀਂ ਤੁਰੇ ਹੋਏ ਹਾਂ। ਅਸੀਂ ਸਾਡੀ ਮਦਦ ਤੇ ਪੱਛਮੀ ਤਾਕਤਾਂ ਕਰਦੀਆਂ ਨੇ, ਕਿੰਨਾ ਕੁ ਕਰਦੀਆਂ ਨੇ, ਕਦੋਂ ਕਰਦੀਆਂ ਨੇ, ਕਰਦੀਆਂ ਵੀ ਨੇ ਕਿ ਨਹੀਂ ਕਰਦੀਆਂ, ਇਸ ਦੀ ਪਰਵਾਹ ਕੀਤੇ ਬਿਨਾਂ ਅਸੀਂ ਇਸ ਨਤੀਜੇ ਤੇ ਪਹੁੰਚੇ ਹੋਏ हैं अपने गुरु पिता गुरु कलगीधर पातशाह के फरमान मुताबिक कि कऊ किसी को राज न दे हैं जो ले हैं निज बल से ले हैं
ਅਸੀਂ ਜਿਹੜਾ ਅਖੀਰਲੇ ਸਾਹ ਤੱਕ ਇਸ ਕਮਿਟਮੈਂਟ ਨੂੰ ਨਿਭਾਈਏ। ਬਾਕੀ ਇਹ ਗੁਰੂ ਨੇ ਦੇਖਣਾ ਹੈ ਕਿ ਉਸ ਧਰਤੀ ਦੇ ਉੱਤੇ ਖਾਲਸੇ ਦਾ ਨਿਸ਼ਾਨ ਕਿਵੇਂ ਬੁਲੰਦ ਰੱਖਣਾ ਹੈ, ਕਿਵੇਂ ਉੱਚਾ ਰੱਖਣਾ ਹੈ। ਹੁਣ ਇਹ ਜਿਵੇਂ ਅਸੀਂ ਪਿਛਲੇ 2-3 ਦਿਨ ਤੋਂ ਹੀ ਇਸ ਦੇ ਉੱਤੇ ਗੱਲਬਾਤ ਕਰ ਰਹੇ ਹਾਂ ਕਿ ਭਾਈ ਕੀ ਜਿਹੜਾ ਇਸ ਮੁੱਦੇ ਕੀ ਹੋਣਗੇ, ਔਰ ਜਿਹੜੇ ਮੁੱਦੇ ਉੱਭਰ ਕੇ ਸਾਹਮਣੇ ਆਏ ਨੇ, ਕਿਉਂਕਿ ਉਹ ਤਾਂ ਆਲਰੇਡੀ ਪਿਛਲੇ ਇਹਨਾਂ ਦਿਨਾਂ 'ਚ 20 ਜਨਵਰੀ ਤੋਂ ਬਾਅਦ ਹੀ ਸਾਹਮਣੇ ਆਇਆ, ਜਿਹਦੇ 'ਚ ਭਾਰਤ ਨੇ ਬਿਲਕੁਲ ਸ਼ਰਮਨਾਕ ਆਪਣਾ ਸਰੈਂਡਰ ਕੀਤਾ। ਪਹਿਲਾ ਮੁੱਦਾ ਤਾਂ ਉਹੀ ਜਿਹੜਾ ਜਿਹਦੇ 2 ਫੈਂਗਸ ਨੇ, ਇੱਕ ਇਲੀਗਲ ਇਮੀਗ੍ਰੇਸ਼ਨ ਹੈ, ਉਹ ਅਸੀਂ ਨਜ਼ਾਰਾ ਦੇਖ ਹੀ ਲਿਆ ਕਿ ਐਨ ਮੋਦੀ ਦੀ ਵਿਜ਼ਿਟ ਜਦੋਂ ਡਿਸਾਈਡ ਹੋ ਚੁੱਕੀ ਸੀ ਉਸ ਤੋਂ ਠੀਕ ਪਹਿਲਾਂ ਕਿਵੇਂ 104 ਜਿਹੜੇ ਇਲੀਗਲ ਸਨ ਉਹਨਾਂ ਨੂੰ ਹੱਥਕੜੀਆਂ ਔਰ ਬੇੜੀਆਂ 'ਚ ਜਕੜ ਕੇ ਅੰਮ੍ਰਿਤਸਰ ਦੇ 에ਅਰਪੋਰਟ ਦੇ ਉੱਤੇ ਭੇਜਿਆ ਗਿਆ। ਔਰ ਇਹ ਭਾਰਤ ਨੂੰ ਔਰ 1 ਬਿਲੀਅਨ 400 ਮਿਲੀਅਨ ਲੋਕਾਂ ਨੂੰ ਅਮਰੀਕਾ ਨੇ ਸਟਰੋਂਗ ਸੁਨੇਹਾ ਦਿੱਤਾ। ਉਹਨਾਂ ਦੀ ਬਾਰਡਰ ਪੈਟਰੋਲ ਫੋਰਸ ਨੇ ਵੀਡੀਓ ਵੀ ਜਾਰੀ ਕੀਤੀ ਔਰ ਇਸ ਦੇ ਉੱਤੇ ਬੜੀ ਕਿਰਕਰੀ ਹੋਈ ਮੋਦੀ ਦੀ। ਔਰ ਇਹ ਉਹਦੀ ਵਿਜ਼ਿਟ ਤੋਂ ਪਹਿਲਾਂ ਇਹ ਹੋਣਾ ਇਹ ਦੱਸਦਾ ਹੈ ਕਿ ਭਾਈ ਇੰਡੀਆ ਜਿਸ ਨੇ ਆਪਣੇ ਆਪ ਨੂੰ ਬੜਾ ਮੋਦੀ ਦੇ ਕਲੋਜ਼ ਬਣਾ ਕੇ ਆਪਣੇ ਲੋਕਾਂ ਦੇ ਵਿੱਚ ਇਹ ਪ੍ਰਭਾਵ ਛੱਡਿਆ ਹੋਇਆ ਸੀ। ਔਰ ਇਸ ਦੇ ਉੱਤੇ ਅਸੀਂ ਆਲਰੇਡੀ ਟਿੱਪਣੀ ਔਰ ਤਬਸਰਾ ਕਰ ਚੁੱਕੇ ਹਾਂ। ਅੱਛਾ, ਦੂਸਰਾ ਪਾਰਟ ਇਸੇ ਦਾ ਹੀ ਜਿਹੜਾ ਲੀਗਲ ਵੀਜ਼ਾ ਜਿਸ ਨੂੰ B12 ਕਰਕੇ ਜਾਣਿਆ ਜਾਂਦਾ, ਔਰ ਜਿਹੜੇ ਡਾਟਾ ਨਿਕਲ ਕੇ ਸਾਹਮਣੇ ਆਏ ਕਿ ਵੀ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਤਾਂ ਇਹ ਇੰਨੇ ਜ਼ਿਆਦਾ ਲੈਵਲ ਦੇ ਉੱਤੇ ਭਾਰਤੀਆਂ ਨੂੰ ਗਏ ਕਿ ਲਾਸਟ ਜਿਹੜੇ 2024 ਦੇ ਵਿੱਚ ਕੁੱਲ ਜਿੰਨੇ ਵੀਜ਼ੇ ਦਿੱਤੇ ਗਏ 70,000 ਕਿ ਕਿੰਨੇ ਤੋਂ ਜ਼ਿਆਦਾ, ਆਲਮੋਸਟ 72% ਜਿਹੜੇ ਨੇ ਉਹ ਇੰਡੀਅਨਸ ਨੂੰ ਮਿਲੇ, ਭਾਰਤੀਆਂ ਨੂੰ। ਔਰ ਉਹਦੇ 'ਚ ਇਕੱਲਾ ਇੱਕ ਇਸ਼ੂ ਇੱਥੋਂ ਤੱਕ ਮਹਿਦੂਦ ਨਹੀਂ ਹੈ ਕਿ ਵੀ ਕਿਵੇਂ ਕੰਪਨੀਆਂ ਜਿਨ੍ਹਾਂ ਨੇ ਹਾਇਰ ਵੀ ਕੀਤੇ ਉਹਨਾਂ ਨੇ ਫਿਰ ਅੱਗੋਂ ਕਿਵੇਂ ਕਾਸਟ ਬੇਸਡ ਬਾਇਸ ਵੀ ਦਿਖਾਇਆ। ਔਰ ਉਹ ਅਮਰੀਕਾ ਦੇ ਵਿੱਚ ਬੇ ਏਰੀਆ ਸਿਲੀਕਨ ਵੈਲੀ ਦੇ ਵਿੱਚ ਕੇਸ ਵੀ ਨੇ ਕੋਰਟ ਦੇ ਵਿੱਚ ਕਿ ਕਿਵੇਂ ਕਾਸਟ ਬਾਇਸ, ਇਕੱਲਾ ਇਹੀ ਨਹੀਂ ਵੀ ਇੰਡੀਅਨ ਆਏ, ਉਹਨਾਂ ਨੇ ਫਿਰ ਆਪਣੇ ਹਾਈ ਕਾਸਟ ਲੋਕਾਂ ਨੂੰ ਕੀਤਾ ਅੱਗੇ। ਸੋ ਇਹ ਈਵਨ ਵਿਦਨ ਅਮਰੀਕਾ। ਔਰ ਅੱਜ ਇੱਕ ਇੰਡੀਅਨ ਐਕਸਪਰਟ ਹੀ ਕਹਿ ਰਿਹਾ ਸੀ ਕਿ ਵੀ ਪਹਿਲੀ ਵਾਰ ਸੀ ਕਿ ਅਮਰੀਕਨਾਂ ਦੇ ਹੁਣ ਤੱਕ ਤਾਂ ਭਾਰਤ ਦਾ ਢਿੱਡ ਜਿਹੜਾ ਵੱਡੇ ਚੋਲੇ ਨਾਲ ਢੱਕਿਆ ਹੋਇਆ ਸੀ, ਤੇ ਇਹ ਜਦੋਂ ਕਾਸਟ ਫੈਕਟਰ ਔਰ ਦੂਸਰੇ ਵੀ ਸਾਹਮਣੇ ਆਏ ਤੇ ਇਹਨਾਂ ਦਾ ਢਿੱਡ ਨੰਗਾ ਵੀ ਹੋਇਆ ਸਾਡਾ ਕਿ ਵੀ ਸਾਡੀ ਔਕਾਤ ਕੀ ਹੈ। ਔਰ ਇਹ ਗੱਲ ਕੱਲੀ ਇਹ ਨਹੀਂ ਹੈ ਵੀ ਅੱਗੋਂ ਆਉਣਗੇ ਨਹੀਂ ਆਉਣਗੇ ਕਿੰਨੇ %, ਕਿਉਂਕਿ ਇਹਨਾਂ ਦਾ ਜ਼ੋਰ ਹੈ। ਔਰ ਇਸ ਮੁੱਦੇ ਦੇ ਉੱਤੇ ਟਰੰਪ ਦੀ ਟੀਮ ਇੱਕ ਪਾਸੇ ਐਲਨ ਮਸਕ ਤੇ ਇੱਕ ਪਾਸੇ ਜਿਹੜਾ ਹੈ ਉਹਨਾਂ ਦਾ ਜਿਹੜਾ ਸਪੋਰਟਿੰਗ ਕਾਡਰ ਹੈ, ਜਿਹਨੂੰ ਇਹ ਨਾਅਰਾ ਦਿੱਤਾ ਹੋਇਆ ਟੂ ਮੇਕ ਅਮਰੀਕਾ ਗ੍ਰੇਟ, ਮਾਗਾ ਜਾਂ ਮੈਗਾ ਜਿਹਨਾਂ ਨੂੰ ਗਰੁੱਪ ਕਿਹਾ ਜਾਂਦਾ, ਕਿਉਂਕਿ ਉਹਨਾਂ ਨੇ ਤਾਂ ਇੱਥੋਂ ਤੱਕ ਔਰ ਈਵਨ ਜਿਹੜੀ ਐਲਨ ਮਸਕ ਦੀ ਟੀਮ 25 ਜਿਹੜੇ ਯੰਗ ਐਂਟਰਪ੍ਰੈਨਿਓਰਸ ਉਹਨੇ ਲਿਆ ਕੇ ਬਿਠਾਏ, ਉਹਨਾਂ 'ਚੋਂ ਇੱਕ 25 ਸਾਲਾਂ ਦਾ ਤਾਂ ਇੰਨੀ ਇੰਡੀਅਨ ਦੇ ਖਿਲਾਫ ਹੇਟ ਸੀ। ਔਰ ਉਹਨੇ ਤਾਂ ਈਵਨ ਇਹ ਨਾਅਰਾ ਦਿੱਤਾ ਸੀ ਕਿ ਮੇਕ ਹੇਟ ਅਗੇਂਸਟ ਇੰਡੀਅਨਸ ਨਾਰਮਲ। ਸੋ ਹਾਲਾਂ ਉਹਨੂੰ ਰੀਹਾਇਰ ਕਰ ਲਿਆ ਗਿਆ। ਸੋ ਗੱਲ ਕੱਲੀ ਇਹ ਨਹੀਂ ਹੈ ਕਿ ਵੀ ਅੱਗੋਂ ਲਈ B1 ਜਿਹੜਾ H1B ਦੇ ਥੱਲੇ ਇਹਨਾਂ ਦੇ ਦਰਵਾਜ਼ੇ ਬੰਦ ਹੋਣਗੇ। ਮੈਂ ਇਹ ਫਿਗਰ ਦੇਖ ਰਿਹਾ ਸੀ ਕਿ ਆਲਮੋਸਟ $120 ਬਿਲੀਅਨ ਬਾਹਰਲੇ ਮੁਲਕਾਂ 'ਚੋਂ ਇੰਡੀਆ ਦੇ ਜਿਹੜੇ ਕੰਮ ਕਰਨ ਵਾਲੇ ਨੇ ਉਹ ਆਪਣੀ ਕਮਾਈ ਵਾਪਸ ਭੇਜ। ਇੰਡੀਅਨ ਇਕੋਨਮੀ ਦੇ ਵਿੱਚ ਹਾਲਾਂ ਇਹਦੇ 'ਚ 120 ਬਿਲੀਅਨ ਦੇ ਵਿੱਚ ਮਿਡਲ ਈਸਟ ਜਾਂ ਦੂਜੇ ਆਲਮੋਸਟ 10 ਮਿਲੀਅਨ ਭਾਰਤੀ ਭਾਰਤ ਤੋਂ ਬਾਹਰ ਨੇ, ਪਰ ਉਹਦੇ 'ਚੋਂ 50% ਤੋਂ ਜ਼ਿਆਦਾ ਜਿਹੜੀ ਇਹ ਮਨੀ ਜਾਂਦੀ ਹੈ 120 ਬਿਲੀਅਨ ਜਿਹਨੇ ਇਕੋਨਮੀ ਨੂੰ ਜਾਂ ਫੋਰਨ ਐਕਸਚੇਂਜ ਨੂੰ ਖੜਾ, ਉਹ ਅਮਰੀਕਾ ਤੋਂ ਜਾਂਦੀ ਹੈ। ਸੋ ਇਕੱਲਾ ਇਹੀ ਨਹੀਂ ਕਿ ਵੀ ਉਹਨਾਂ ਦੇ ਲਈ ਉੱਥੇ ਆਲਰੇਡੀ ਅਨਐਮਪਲੋਇਮੈਂਟ ਰੇਟ ਇੰਨਾ ਬੁਰੀ ਤਰ੍ਹਾਂ ਉੱਪਰ ਗਿਆ ਹੈ ਭਾਰਤ ਦੇ ਵਿੱਚ ਕਿ ਲੋਕ ਤਾਂ ਉਹਨਾਂ ਦੇ ਰੁਲ ਰਹੇ ਨੇ ਕਿਸੇ ਵੀ ਇੰਪਲੋਇਮੈਂਟ ਲਈ। ਔਰ ਇਸ ਸਾਰੇ 'ਚ ਅਜੇ ਇਸ ਇੱਕ ਮਹੀਨੇ 'ਚ ਵੀ ਅਜੇ ਮਹੀਨਾ ਪੂਰਾ ਨਹੀਂ ਹੋਇਆ 20 ਜਨਵਰੀ ਤੋਂ ਭਾਰਤ ਦਾ ਰੁਪਈਆ ਡਾਂਸ ਕਰ ਰਿਹਾ ਡਾਲਰ ਦੇ ਸਾਹਮਣੇ। ਆਲਰੇਡੀ ਹੁਣ 90 ਤੋਂ ਥੱਲੇ ਗਿਆ ਹੋਣਾ ਸੀ। ਪਿਛਲੇ 2 ਦਿਨਾਂ 'ਚ $2 ਬਿਲੀਅਨ ਫੋਰਨ ਐਕਸਚੇਂਜ ਇਹਨਾਂ ਦੇ ਰਿਜ਼ਰਵ ਬੈਂਕ ਨੇ ਉਹਦੇ 'ਚੋਂ ਕੱਢ ਕੇ ਉਹਦੇ 'ਚ ਪਾਏ ਨੇ, ਲੇਕਿਨ ਇਹਨੂੰ ਮੇਨਟੇਨ ਨਹੀਂ ਕਰ ਸਕਣਗੇ ਗਰੋਥ ਰੇਟ।
5% ਤੋਂ ਥੱਲੇ ਆ ਗਿਆ ਔਰ ਈਵਨ ਉਹਨਾਂ ਨੂੰ ਇਹ ਲੱਗਦਾ ਕਿ ਵੀ ਕੰਪੀਟੀਟਿਵ ਕਰੰਸੀ ਡਾਲਰ ਦੇ ਮੁਕਾਬਲੇ ਹੁਣ ਇਹ ਵੀ ਆਇਆ ਕਿ ਜੀ ਉਹਨਾਂ ਨੇ ਜਿਹੜਾ ਰਿਜ਼ਰਵ ਪੈਸਾ ਪਿਆ ਉਹਦੇ ਨਾਲ 55 ਟਨ ਗੋਲਡ ਖਰੀਦਿਆ ਤਾਂ ਕਿ ਕੱਲ ਨੂੰ ਕੀ ਹੁੰਦਾ ਹੈ ਕੀ ਨਹੀਂ ਤੇ ਉਹਨੂੰ ਇਕਨੋਮੀ ਨੂੰ ਸਟੇਬਲ ਕੀਤਾ ਜਾਏ। ਸੋ ਇੱਕ ਪਾਸੇ ਇਹ ਹੈ ਤੇ ਜੇ 120 ਬਿਲੀਅਨ ਜਿਹੜਾ ਬਾਹਰੋਂ ਜਾਂਦਾ ਹੈ ਔਰ ਆਉਣ ਵਾਲੇ ਪੀਰੀਅਡ ਦੇ ਵਿੱਚ ਇਹਨਾਂ ਦਾ ਨੰਬਰ ਘਟਦਾ ਹੈ, ਅਨਐਮਪਲੋਇਮੈਂਟ ਉੱਥੇ ਵਧੇਗੀ, ਪਲੱਸ ਇਹ ਜਿਹੜਾ ਉਹਨਾਂ ਦਾ ਸੋਰਸ ਆਫ ਇਨਕਮ ਹੈ ਇਹਨੂੰ ਬਹੁਤ ਵੱਡਾ ਜਿਹੜਾ ਝਟਕਾ ਲੱਗੇਗਾ। ਔਰ ਆਲਰੇਡੀ ਇਹਨਾਂ ਨੇ ਪਿਛਲੇ 20-22 ਦਿਨਾਂ 'ਚ ਮੇਰਾ ਖਿਆਲ ਹੈ 8 ਜਾਂ 10 ਬਿਲੀਅਨ ਡਾਲਰ ਫੋਰਨ ਐਕਸਚੇਂਜ ਰਿਜ਼ਰਵ ਚੋਂ ਕੱਢ ਕੇ ਬਾਹਰ ਪਾ ਰਹੇ ਨੇ ਇਕਨੋਮੀ ਨੂੰ ਸਟੇਬਲ ਕਰਨ ਦੇ ਲਈ। ਸੋ ਇਹ ਇਸ਼ੂ ਜਿਹੜੇ ਜਿਹੜੇ ਕਿਆਸ ਰਾਈਆਂ ਨੇ ਅੱਡ ਐਕਸਪਰਟਸ ਵੱਲੋਂ ਵੀ ਕੀ ਇਸ਼ੂ ਹੋਏਗਾ, ਜ਼ਾਹਰ ਹੈ ਜਦੋਂ ਅਸੀਂ ਇਲੀਗਲ ਇਮੀਗ੍ਰੈਂਟਸ ਦੀ ਗੱਲ ਕਰਦੇ ਹਾਂ ਤਾਂ ਇਹ ਫਿਗਰ ਪਿਊਰ ਰਿਸਰਚ ਦੀ ਹੈ ਕਿ 7,25,000 ਇਲੀਗਲ ਇੰਡੀਅਨ ਜਿਨ੍ਹਾਂ ਦੀ ਮੈਜੋਰਟੀ ਗੁਜਰਾਤੀ ਨੇ ਉਹ ਅਮਰੀਕਾ 'ਚ ਨੇ, ਜਿਨ੍ਹਾਂ 'ਚੋਂ 18,000 ਦੀ ਸ਼ਨਾਖਤ ਹੋ ਚੁੱਕੀ ਹੈ ਜਾਂ ਆਲਰੇਡੀ ਇਹਨਾਂ ਦੀ ਕਸਟਡੀ 'ਚ ਨੇ ਜਾਂ ਜਿਨ੍ਹਾਂ ਦੀ ਡਿਪੋਰਟੇਸ਼ਨ ਲੱਗੀ ਹੋਈ ਹੈ। ਸੋ ਹੁਣ ਤਾਂ ਫਿਰ ਇੱਕ ਜਹਾਜ਼ ਚੜ੍ਹੇਗਾ ਤੇ ਇੱਕ ਉਤਰੇਗਾ ਇੱਕ ਜਾਏਗਾ ਤੇ ਘੱਟੋ ਘੱਟ ਇਹ ਇੱਥੇ ਆਉਣ ਤੋਂ ਪਹਿਲਾਂ ਆਪੋਜੀਸ਼ਨ ਨੇ ਵੀ ਪ੍ਰਵੇਲ ਕੀਤਾ ਮੋਦੀ ਤੇ ਕਿ ਜੀ ਉਹ ਟਰੰਪ ਦੇ ਨਾਲ ਇਸ ਇਸ਼ੂ ਨੂੰ ਚੁੱਕੇ ਕਿ ਫੇਅਰ ਟ੍ਰੀਟਮੈਂਟ ਟੂ ਦਾ ਇੰਡੀਅਨ ਸਿਟੀਜ਼ਨਸ। ਹੁਣ ਫੇਅਰ ਉਹ ਤਾਂ ਦੇ ਵਾਂਟ ਟੂ ਕ੍ਰੀਏਟ ਐਨ ਐਗਜ਼ਾਮਪਲ ਆਊਟ ਆਫ ਦੈਮ ਕਿ ਵੀ ਇਹਨਾਂ ਨੂੰ ਇਹ ਦੱਸਿਆ ਜਾਏ ਵੀ ਕੀ ਹੈਗਾ। ਚਲੋ ਆਪਣੇ ਜਹਾਜ਼ ਭੇਜਣਗੇ ਜਾਂ ਇਹ ਸਿਵਿਲੀਅਨ ਦੇ ਵਿੱਚ ਉਹਨਾਂ ਨੂੰ ਕਰਨਗੇ, ਇੰਨੀ ਕਿਰਾਇਤ ਇਹਨਾਂ ਨੂੰ ਮਿਲ ਸਕਦੀ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇੰਨੀ ਵੱਡੀ ਗਿਣਤੀ 'ਚ ਜਦੋਂ ਇੱਥੋਂ ਨਿਕਲਣਗੇ ਔਰ H1B ਵਾਲਿਆਂ ਦਾ ਤਾਂ ਕੋਈ ਸਵਾਲ ਹੀ ਨਹੀਂ ਹੈ ਕਿ 72% ਵਾਲਾ ਕੋਟਾ ਰਹੇ, ਉਹ ਕੱਟ ਹੋਏਗਾ ਹੀ ਹੋਏਗਾ। ਸੋ ਇਹ ਇਕੱਲਾ ਇਹੀ ਨਹੀਂ ਵੀ ਉਹਨਾਂ ਦੇ ਜੋ ਇੱਥੇ ਆ ਕੇ ਟੱਬਰਾਂ ਦੇ ਟੱਬਰ ਜਿਹੜੇ ਨੇ ਸੈਟਲ ਹੋਏ ਨੇ, ਸਗੋਂ ਉਹਨਾਂ ਦੀ ਜਿਹੜੀ ਫੋਰਨ ਐਕਸਚੇਂਜ ਹੈ ਜਾਂ ਜਿਹੜੀ ਕਮਾਈ ਹੈ ਉਹ ਵੀ ਬੁਰੀ ਤਰ੍ਹਾਂ ਪ੍ਰਭਾਵਿਤ ਹੋਏਗੀ। ਦੂਸਰਾ ਵੱਡਾ ਇਸ਼ੂ ਜਿਹੜਾ ਹੈ ਉਹ ਹਾਲਾਂ ਟਰੰਪ ਦੀ ਪਹਿਲੀ ਟਰਮ ਦੇ ਵੇਲੇ ਵੀ ਇੰਡੀਆ ਨੇ ਕੋਈ ਟ੍ਰੇਡ ਡੀਲ ਸਾਈਨ ਕਰਨਾ ਚਾਹੁੰਦੇ ਸੀ ਅਮਰੀਕਾ ਦੇ ਨਾਲ, ਲੇਕਿਨ ਜਿਹੜਾ ਉਹ ਇੰਨੀਆਂ ਜ਼ਿਆਦਾ ਉਹਨਾਂ ਦੀਆਂ ਟੈਰਿਫਸ ਔਰ ਦੂਸਰੀਆਂ ਤੀਸਰੀਆਂ ਸੀ ਉਹਦੇ ਥੱਲੇ ਟ੍ਰੇਡ ਡੀਲ ਸਾਈਨ ਨਹੀਂ ਹੋਈ। ਹੁਣ ਇਸ ਦੇ ਉੱਤੇ ਜ਼ਰੂਰ ਹੈ ਕਿ ਵੀ ਕੋਈ ਨਾ ਕੋਈ ਇਸ ਕਿਸਮ ਦੀ ਗੱਲਬਾਤ ਜੇ ਹੋਈ ਹੋਏ, ਕਿਉਂਕਿ ਜਿਵੇਂ ਮੈਂ ਪਹਿਲਾਂ ਵੀ ਕਿਹਾ ਸੀ ਕਿ ਇਹ ਜਿਹੜੀਆਂ ਜਦੋਂ ਡਿਗਨਿਟਰੀ ਆਉਂਦੇ ਨੇ ਇਹ ਤਾਂ ਇੱਕ ਮੌਕਾ ਹੁੰਦਾ ਜੀ, ਦਸਤਖਤ ਕੀਤੇ ਤੇ ਫੋਟੋ ਓਪਰਚੁਨਿਟੀ ਹੋਈ ਤੇ ਦੂਸਰਾ ਹੋਇਆ, ਪਹਿਲਾਂ ਅੰਡਰਸਟੈਂਡਿੰਗ ਹੋਈ ਹੁੰਦੀ ਹੈ। ਹੁਣ ਕਿਉਂਕਿ ਟੈਰਿਫ ਦਾ ਇਸ਼ੂ ਇੱਕ ਐਸਾ ਇਸ਼ੂ ਹੈ ਕਿ ਹਾਲਾਂ ਟਰੰਪ ਨੇ ਮੋਦੀ ਦਾ ਨਾਂ ਲੈ ਕੇ ਕਦੇ ਮੋਦੀ ਨੂੰ ਕ੍ਰਿਟਿਸਾਈਜ਼ ਨਹੀਂ ਕੀਤਾ, ਲੇਕਿਨ ਇੰਡੀਆ ਨੂੰ ਤਾਂ ਉਹਨੇ ਕਿੰਗ ਆਫ ਟੈਰਿਫਸ, ਵੈਰੀ ਬੈਡ ਡੀਲ ਔਰ ਇਸ ਕਿਸਮ ਦਾ ਪਾਰਟ ਯੂਜ਼ ਦਾ ਰਿਹਾ। ਹੁਣ ਔਰ ਜਦੋਂ ਮੈਂ ਵਾਕ ਕਰ ਰਿਹਾ ਸੀ ਸਟੂਡੀਓ ਦੇ ਲਈ ਤੇ ਮੇਰੇ ਹੱਥ ਦੇ ਵਿੱਚ ਇਹ ਖਬਰ ਆਈ ਕਿ ਔਰ ਅੱਜ ਹੀ ਜਦੋਂ ਕਿ ਹੁਣ ਮੋਦੀ ਪਹੁੰਚ ਚੁੱਕਿਆ ਅਮਰੀਕਾ, ਔਰ ਇਸ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਕਿ ਵੀ ਹੋਣ ਕੀ ਜਾ ਰਿਹਾ ਹੈ ਮੋਦੀ ਦੇ ਨਾਲ ਟੈਰਿਫ ਦੇ ਮੁੱਦੇ ਦੇ ਉੱਤੇ। ਵਾਈਟ ਹਾਊਸ ਦੇ ਵਿੱਚ ਪ੍ਰੈਸ ਕਾਨਫਰੰਸ ਉਹਨਾਂ ਦੀ ਯੰਗ ਸਪੋਕਸਵੂਮਨ ਹੈਗੀ ਹੈ, ਬੜੀ ਜਿਹੜੀ ਹੈ ਫਲੂਐਂਟ, ਉਹ ਡਿਲੀਵਰ ਕਰਦੀ ਹੈ, ਪ੍ਰੈਸ ਸੈਕਟਰੀ ਕੈਰੋਲਿਨ ਲੈਵਿਟੇ। ਉਹਨੇ ਪ੍ਰੈਸ ਕਾਨਫਰੰਸ ਦੇ ਵਿੱਚ ਕਿਹਾ ਕਿ ਵੀ ਥਰਸਡੇ ਜਦੋਂ ਕਿ ਕੱਲ੍ਹ ਮੋਦੀ ਹੋਏਗਾ, ਕੱਲ੍ਹ ਟਰੰਪ ਜਿਹੜਾ ਹੈ ਉਹ ਦੁਨੀਆ ਦੇ ਹਰ ਦੇਸ਼ ਦੇ ਉੱਤੇ, ਹਰ ਮੁਲਕ ਦੇ ਉੱਤੇ ਟੈਰਿਫ ਲਾਗੂ ਕਰੇਗਾ ਉਸੇ ਪ੍ਰਪੋਰਸ਼ਨ ਦੇ ਵਿੱਚ ਹੀ ਜਿਹਦੇ 'ਚ ਕਿ ਅਮਰੀਕਨ ਚੀਜ਼ਾਂ 'ਤੇ ਲਾਈ ਹੋਈ ਹੈ। ਔਰ ਇਹ ਮੇਜਰ ਖਬਰ ਹੈ, ਟਰੰਪ ਰੈਸੀਪ੍ਰੋਕਲ ਟੈਰਿਫਸ ਕੁਡ ਕਮ ਬਾਈ ਥਰਸਡੇ, ਵਾਈਟ ਹਾਊਸ ਸੇਜ਼। ਵਾਈਟ ਹਾਊਸ ਨੇ ਕਿਹਾ ਵੀ ਥਰਸਡੇ ਇਹ ਜਦੋਂ ਕਿ ਨਰਿੰਦਰ ਮੋਦੀ ਨੇ ਮਿਲਣਾ ਉਸ ਤੋਂ ਪਹਿਲਾਂ ਇਹ ਟੈਰਿਫਸ ਜਿਹੜੀਆਂ ਲੱਗ ਚੁੱਕੀਆਂ ਹੋਣਗੀਆਂ। ਔਰ ਇਹ ਰੈਸੀਪ੍ਰੋਕਲ ਟੈਰਿਫ ਪਲਾਨ ਔਰ ਇਹ ਜਿਹੜਾ President Donald Trump could announce his reciprocal tariff plans before he meets with Indian Prime Minister Modi on Thursday, White House said. ਉਹਨਾਂ ਨੇ ਕਿਹਾ ਜੀ ਮੋਦੀ ਨੂੰ ਮਿਲਣ ਤੋਂ ਪਹਿਲੇ ਉਹਨੇ ਪੂਰੀ ਦੀ ਪੂਰੀ ਟੈਰਿਫ ਜਿਹੜੀ ਹੈ ਉਹ ਇੰਡੀਆ ਦੇ ਉੱਤੇ ਠੋਕੀ ਹੋਣੀ ਹੈ। ਔਰ ਬਾਕੀ ਉਹਨੂੰ ਜਦੋਂ ਪੁੱਛਿਆ ਗਿਆ ਵੀ ਕਾਹਦੇ ਤੇ ਲੱਗੇਗੀ, ਕੀ ਪ੍ਰੈਸ ਸੈਕਟਰੀ ਕੈਰੋਲਿਨ ਨੇ ਕਿਹਾ ਕਿ ਵੀ ਇਹ ਪ੍ਰੈਜ਼ੀਡੈਂਟ ਹੀ ਹੁਣ ਤੁਹਾਡੇ ਨਾਲ ਗੱਲ ਕਰੇਗਾ ਔਰ ਰੈਸੀਪ੍ਰੋਕਲ ਟੈਰਿਫ ਫਰੰਟ ਦੇ ਉੱਤੇ। ਔਰ ਇਹ ਕਿਉਂਕਿ ਆਲਰੇਡੀ ਟਰੰਪ ਨੇ ਕਿਹਾ ਕਿ very simple, if they charge us, we charge them. He said on the Air Force One
NBC ਨਿਊਜ਼ ਰਿਪੋਰਟਡ, ਇਹ ਮੇਨ ਖਬਰ NBC ਦੀ ਹੈ। ਅੱਛਾ। ਔਰ ਉਹਨਾਂ ਨੇ ਕਿਹਾ ਕਿ ਜੀ ਬਿਲਕੁਲ ਇਹ ਫੇਅਰ ਹੈ, ਉਹ ਕੋਈ ਵੀ ਚੀਜ਼ ਹੋਏ ਉਹ ਰੈਸੀਪ੍ਰੋਕਲ ਟੈਰਿਫਸ ਅਸੀਂ ਲਾਉਣੀਆਂ ਹੀ ਲਾਉਣੀਆਂ ਨੇ। ਸੋ ਮੈਨੂੰ ਇਹ ਲੱਗਦਾ ਹੈ ਕਿ ਇਹ ਜਿਹੜਾ ਮੂਵ ਹੈ ਕਿ ਠੀਕ ਉਸ ਤੋਂ ਪਹਿਲਾਂ ਜਿਹੜਾ ਇਹ ਟੈਰਿਫ ਲੱਗ ਜਾਣੀ ਹੈ ਮੋਦੀ ਨਾਲ ਮਿਲਣ ਤੋਂ ਪਹਿਲਾਂ, ਇਹਦੀ ਟਾਈਮਿੰਗ ਵੀ ਇਸ ਲਿਹਾਜ਼ ਨਾਲ ਚੁਣੀ ਗਈ ਹੈ ਕਿ ਜਿਵੇਂ ਹੁੰਦਾ ਹੈ ਕਿ ਘਰ ਬੁਲਾ ਕੇ ਚਪੇੜਾਂ ਮਾਰਨੀਆਂ। ਹੋ ਸਕਦਾ ਜੇ ਇਹ ਪਹਿਲਾਂ ਲਾਈਆਂ ਹੁੰਦੀਆਂ ਤੇ ਉਹਨਾਂ ਦੀ ਜੋ ਨੈਗੋਸ਼ੀਏਸ਼ਨ ਸਟ੍ਰੈਟਜੀ ਦੂਜੀ ਤੀਜੀ ਹੋਰ ਹੁੰਦੀ। ਉਹ ਤਾਂ ਇਹੀ ਕਹਿਣਾ ਚਾਹੁੰਦੇ ਨੇ ਕਿ ਜੀ ਅਸੀਂ ਦੇਖੋ ਤੁਹਾਡੇ ਫੇਵਰੇਟ ਮੋਟਰ ਬਾਈਕ ਦੇ ਉੱਤੇ ਘਟਾ ਦਿੱਤੀ, ਫਲਾਣੇ ਤੇ ਘਟਾ ਦਿੱਤੀ। ਲੇਕਿਨ ਮੈਂ ਇਹ ਵੀ ਦੇਖ ਰਿਹਾ ਸੀ ਕਿ 2024 ਦੇ ਵਿੱਚ ਜਿਹੜਾ ਟ੍ਰੇਡ ਡੈਫਿਸਿਟ ਹੈ ਅਮਰੀਕਾ ਔਰ ਭਾਰਤ ਦੀ ਟ੍ਰੇਡ ਦਾ, ਉਹ 45.6 ਬਿਲੀਅਨ ਡਾਲਰ ਹੈ ਟੂ ਦਾ ਐਡਵਾਂਟੇਜ ਆਫ ਇੰਡੀਆ, ਜਿਹੜਾ ਕਿ 2023 ਦੇ ਮੁਕਾਬਲੇ ਜਿਹੜਾ 2.3 ਬਿਲੀਅਨ ਡਾਲਰ ਜ਼ਿਆਦਾ ਹੈ, 5% ਇਨਕਰੀਜ਼ ਹੈ। ਹੁਣ ਟਰੰਪ ਨੇ ਉਦੋਂ ਤੱਕ ਨਹੀਂ ਹਟਣਾ ਹੈ ਜਦੋਂ ਤੱਕ ਇਹ 45.6 ਬਿਲੀਅਨ ਡਾਲਰ ਦਾ ਘਾਟਾ ਜਿਹੜਾ ਹੈ ਉਹ ਇਸੇ ਲਈ ਹੈ ਕਿਉਂਕਿ ਉਹਨਾਂ ਨੇ ਟੈਰਿਫ ਲਾਈ ਹੈ। ਅਮਰੀਕਾ 'ਚ ਉਹ ਐਡਵਾਂਟੇਜ ਲੈਂਦੇ ਨੇ। ਵੈਸੇ ਮੋਸਟ ਫੇਵਰਡ ਨੇਸ਼ਨ ਸਟੇਟਸ ਦਾ ਟਰੰਪ ਨੇ ਆਪਣੀ ਪਹਿਲੀ ਟਰਮ ਵੇਲੇ ਹੀ ਇੰਡੀਆ ਦਾ ਕੱਟ ਦਿੱਤਾ ਸੀ। ਸੋ ਮੈਂ ਇਹ ਸਮਝਦਾ ਵੀ ਇਸ ਨਿਊਜ਼ ਦੇ ਨਾਲ ਇਹ ਭੁਲੇਖਾ ਨਹੀਂ ਰਹਿਣਾ ਚਾਹੀਦਾ ਕਿ ਇਹ ਕੋਈ ਨਾਰਮਲ ਨੈਗੋਸ਼ੀਏਸ਼ਨ ਨਹੀਂ ਹੋਣ ਜਾ ਰਹੀ। ਸੋ ਜਿਹੜਾ ਸੈਕੰਡ ਮੋਸਟ ਇੰਪੋਰਟੈਂਟ ਟੈਰਿਫ ਦਾ ਇਸ਼ੂ ਹੈ ਉਹਦੇ 'ਚ ਐਨ ਅਮਰੀਕਨ ਸੋਇਲ ਤੇ ਜਦੋਂ ਮੋਦੀ ਆਇਆ ਤੇ ਟਰੰਪ ਨੇ ਜਿਹੜਾ ਉਹ ਵਾਈਟ ਹਾਊਸ ਦੀ ਪ੍ਰੈਸ ਸੈਕਟਰੀ ਨੇ ਕਹਿ ਦਿੱਤਾ, ਔਰ ਅਸੀਂ ਕੱਲ ਜਦੋਂ ਤੱਕ ਜਾਵਾਂਗੇ ਉਦੋਂ ਤੱਕ ਅਨਾਊਂਸ ਹੋ ਚੁੱਕਾ ਹੋਏਗਾ ਵੀ ਇੰਨੇ ਪਰਸੈਂਟ ਉਹ ਕੰਟਰੀ ਵਾਈਜ਼ ਥੋਪਣ, ਜਿੱਥੇ ਜਿੱਥੇ ਜਿੰਨੇ ਅਮਰੀਕਾ ਦੇ ਜਿੰਨੀ ਟੈਰਿਫ ਲਾਈ ਹੈ ਉਹਦੇ ਮੁਤਾਬਕ ਹੀ ਇਹ ਹੋਏਗਾ। ਔਰ ਜਿਹੜਾ ਇਸ ਤੋਂ ਇਲਾਵਾ 2-3 ਇਸ਼ੂ ਜਿਨ੍ਹਾਂ ਨੂੰ ਬੇਸ਼ੱਕ ਅਸੀਂ ਟੱਚ ਬੇਸ ਕੀਤਾ ਸੀ, ਇੱਕ ਤਾਂ ਹੁਣ ਜੇ ਟੈਰਿਫ ਦਾ ਇਸ਼ੂ ਹੀ ਇੰਨਾ ਕੁ ਔਰ ਵੀਜ਼ਿਆਂ ਦਾ ਹੀ ਇੰਨਾ ਕੁ ਹੋਏਗਾ, ਮੈਨੂੰ ਨਹੀਂ ਲੱਗਦਾ ਵੀ ਉਹ ਦੂਸਰੇ 2 ਇਸ਼ੂਆਂ ਦੇ ਉੱਤੇ ਗੱਲ ਜਾਏ। ਖਾਸ ਤੌਰ 'ਤੇ ਜਿਹੜਾ ਨਿਊ ਦਿੱਲੀ ਮਿਡਲ ਈਸਟ ਯੂਰਪ ਕੋਰੀਡੋਰ ਪਲਾਨ, ਜਿਹਦੇ ਲਈ ਇੰਡੀਆ ਬੜਾ ਇੰਟਰਸਟਿਡ ਹੈ। ਅਡਾਨੀ ਨੇ ਜਿਹੜਾ ਉਹ ਇਜ਼ਰਾਈਲ ਦੇ ਵਿੱਚ ਇੱਕ ਪੋਰਟ ਵੀ 10 ਗੁਣਾ ਜ਼ਿਆਦਾ ਪੈਸੇ ਦੇ ਕੇ ਖਰੀਦੀ ਸੀ। ਜਾਂ ਹੁਣ ਫਰਾਂਸ ਦੇ ਪ੍ਰੈਜ਼ੀਡੈਂਟ ਮੈਕਰੋਨ ਦੇ ਨਾਲ ਮੁਲਾਕਾਤ ਦੇ ਦੌਰਾਨ ਜਿੱਥੇ ਕਿ ਮੋਦੀ ਉਹਨਾਂ ਦੇ ਸਾਊਥ ਦੇ ਵਿੱਚ ਮਰਸੇਲਸ ਉਹਨਾਂ ਦੀ ਸਿਟੀ 'ਚ ਵੀ ਗਿਆ ਜਿੱਥੇ ਫਸਟ ਵਰਲਡ ਵਾਰ ਵੇਲੇ ਬਹੁਤ ਸਾਰੇ ਸਿੱਖ ਫੌਜੀ ਵੀ ਸ਼ਹੀਦ ਹੋਏ ਸੀ, ਔਰ ਉਹਨੇ ਵੀ ਉੱਥੇ ਕੋਰੀਡੋਰ ਦੀ ਗੱਲ ਕੀਤੀ। ਮੈਨੂੰ ਨਹੀਂ ਲੱਗਦਾ ਵੀ ਕੋਰੀਡੋਰ ਦਾ, ਹਾਂ ਜਿਹੜੀ ਚਾਬਹਾਰ ਪੋਰਟ ਹੈ ਜਿਹੜਾ ਠੀਕ ਜਿਹੜੇ ਡਿਸੀਜਨ ਟਰੰਪ ਨੇ ਫੋਰਸਫੁਲ ਡਿਸੀਜਨ ਲਏ ਜਿਹਦੇ 'ਚ ਇੰਡੀਆ ਸਿੱਧੇ ਤੌਰ 'ਤੇ ਪ੍ਰਭਾਵਿਤ, ਕਿ ਪਿਛਲੀ ਜਦੋਂ ਟਰੰਪ ਦੀ ਟਰਮ ਸੀ ਉਦੋਂ ਉਹਨਾਂ ਨੇ ਇੰਡੀਆ ਨੂੰ ਐਗਜ਼ੈਂਪਟ ਕਰ ਦਿੱਤਾ ਸੀ ਕਿਉਂਕਿ ਅਮਰੀਕਾ ਨੇ ਜੇ ਕਿਸੇ ਬਾਰੇ ਸਭ ਤੋਂ ਸਖਤ ਜ਼ਬਾਨ ਇਸਤੇਮਾਲ ਕੀਤੀ ਹੈ ਟਰੰਪ ਨੇ ਇਨ ਪਰਸਨ, ਉਹ ਈਰਾਨ ਹੈ। ਔਰ ਈਰਾਨ ਦੇ ਉੱਤੇ ਸੈਂਕਸ਼ਨਸ ਬੜੀ ਮਜ਼ਬੂਤੀ ਨਾਲ ਇਹਨਾਂ ਨੇ ਲਾਗੂ ਕੀਤੀਆਂ ਨੇ। ਔਰ ਇੰਡੀਆ ਨੂੰ ਉਹਨਾਂ ਨੇ ਆਪਣੀ ਪਿਛਲੀ ਟਰਮ ਵੇਲੇ ਜਿਹੜਾ ਚਾਬਹਾਰ ਪੋਰਟ, ਇਹ ਚਾਬਹਾਰ ਪੋਰਟ ਜਿਹੜੀ ਈਰਾਨ ਦੀ ਹਦੂਦ 'ਚ ਹੈ, ਜਿਹੜੀ ਅਫਗਾਨਿਸਤਾਨ ਨਾਲ ਲਿੰਕ ਕਰਦੀ ਹੈ, ਔਰ ਇਹ ਰਾਊਟ ਕਿਉਂਕਿ ਪਾਕਿਸਤਾਨ ਰਾਹ ਦੇ ਵਿੱਚ ਬੈਠਾ ਹੈ, ਇੰਡੀਆ ਦਾ ਕੋਈ ਵੀ ਪ੍ਰੋਡਕਟ ਜਿਹੜਾ ਹੈ ਉਹ ਸੈਂਟਰਲ ਏਸ਼ੀਆ ਜਾਂ ਯੂਰਪ ਤੱਕ ਬਾਈ ਰੋਡ ਤਾਂ ਜਾ ਨਹੀਂ ਸਕਦਾ, ਬਾਈ ਸੀ ਵੀ ਘੁੰਮ ਕੇ ਜਾਂਦੇ ਨੇ ਉੱਥੋਂ ਬੰਬੇ ਤੋਂ ਉਧਰ ਤੇ ਇੱਧਰ। ਤੇ ਜੇ ਚਾਬਹਾਰ ਪੋਰਟ ਡਿਵੈਲਪ ਹੁੰਦੀ ਹੈ ਕਿਉਂਕਿ ਚਾਬਹਾਰ ਜਾ ਕੇ ਅਫਗਾਨਿਸਤਾਨ ਨਾਲ ਲੱਗਦੀ ਹੈ ਤੇ ਇਧਰੋਂ ਸੈਂਟਰਲ ਏਸ਼ੀਆ ਰਿਪਬਲਿਕਸ ਉਹਦੇ ਥਰੂ ਯੂਰਪ, ਔਰ ਉਦੋਂ ਕਿਉਂਕਿ ਅਮਰੀਕਾ ਦੀਆਂ ਜਦੋਂ ਟਰੰਪ ਦੀ ਪਹਿਲੀ ਟਰਮ ਸੀ ਅਮਰੀਕਾ ਦੀਆਂ ਫੌਜਾਂ ਨੈਟੋ ਦੀਆਂ ਫੌਜਾਂ ਦੇ ਨਾਲ ਅਫਗਾਨਿਸਤਾਨ ਦੇ ਵਿੱਚ ਸਨ, ਔਰ ਪਾਕਿਸਤਾਨ ਦੇ ਨਾਲ ਥੋੜੀ ਖਟਪਟ ਹੋ ਗਈ ਸੀ ਅਮਰੀਕਨਾਂ ਦੀ, ਉਹਨਾਂ ਨੇ ਡਰੋਨ ਅਟੈਕ ਵਗੈਰਾ ਕੀਤੇ, ਇਨੋਸੈਂਟ ਮਾਰੇ ਗਏ, ਔਰ ਪਾਕਿਸਤਾਨ ਨੇ ਜਿਹੜੇ ਉਹਨਾਂ ਦੇ ਲੈਂਡ ਬਾਰਡਰ ਨੇ ਤੋਰਖਮ ਔਰ ਚਮਨ ਇਹ ਬੰਦ ਕਰ ਦਿੱਤੇ ਸੀ ਕਿਉਂਕਿ ਅਫਗਾਨਿਸਤਾਨ ਲੈਂਡ ਲੌਕਡ ਕੰਟਰੀ ਹੈ। ਜੋ ਵੀ ਆਉਂਦਾ ਉਹਨਾਂ ਦੀ ਕਰਾਚੀ ਪੋਰਟ 'ਤੇ ਆਉਂਦਾ, ਉੱਥੋਂ ਬਾਈ ਰੋਡ ਤੋਰਖਮ ਰਾਹੀਂ ਜਿਹੜਾ। ਸੋ ਅਮਰੀਕਾ ਨੂੰ ਇਹ ਲੱਗਾ ਵੀ ਕੱਲ੍ਹ ਨੂੰ ਜੇ ਹੋਰ ਅੱਗੇ ਚਲੀ ਜਾਂਦੀ ਹੈ ਗੱਲ ਤੇ ਆਲਟਰਨੇਟ ਰੂਟ ਚਾਹੀਦਾ। ਸੋ ਇੰਡੀਆ ਨੇ ਇਸ ਪੋਰਟ ਦੇ ਉੱਤੇ ਜਿਹੜਾ ਹੈ ਚਾਬਹਾਰ ਪੋਰਟ ਦੇ ਉੱਤੇ ਇਹ ਆਲਮੋਸਟ ਇਹਨਾਂ ਦਾ 240 ਮਿਲੀਅਨ ਡਾਲਰ ਦਾ ਪ੍ਰੋਜੈਕਟ ਹੈ ਇੰਡੀਆ ਦਾ, ਔਰ ਇੰਡੀਅਨ ਕੰਪਨੀ ਹੀ ਉਸ ਨੂੰ ਜਿਹੜੀ ਹੈ ਉਹ ਆਪਰੇਟ ਕਰ ਰਹੀ ਹੈ, ਆਲਮੋਸਟ ਤਿਆਰ ਹੈ, ਉਹਦਾ ਇੱਕ ਟਰਮੀਨਲ ਫੰਕਸ਼ਨਲ ਵੀ ਹੋ ਚੁੱਕਾ ਹੈ। ਪਰ ਟਰੰਪ ਨੇ ਜਿਹੜਾ ਇੱਕ ਫੈਸਲਾ ਲਿਆ ਕਿ ਵੀ ਇਸ ਦੇ ਉੱਤੇ ਅਸੀਂ ਪਾਬੰਦੀ ਲਾ ਰਹੇ ਹਾਂ, ਔਰ ਇਹ ਵੀ ਇੱਕ ਪੂਰੀ ਫੁੱਲ ਫਲੈਜ ਨਿਊਜ਼ ਸਟੋਰੀ ਇਸ ਦੇ ਉੱਤੇ ਹੈ ਕਿ ਇੰਡੀਆ ਫੀਅਰਸ ਇੰਪੈਕਟ ਆਫ ਟਰੰਪਸ ਇਰਾਨ ਸੈਂਕਸ਼ਨਸ ਔਨ ਚਾਬਹਾਰ ਪੋਰਟ। 370 ਮਿਲੀਅਨ ਡਾਲਰ ਦਾ ਇਹ ਪ੍ਰੋਜੈਕਟ ਜਿਹਦੇ ਤੇ ਇੰਡੀਆ ਨੇ ਇਨਵੈਸਟ ਕੀਤਾ ਹੋਇਆ, ਔਰ ਕਿਉਂਕਿ
ਪਿਛਲੇ ਪੀਰੀਅਡ ਦੇ ਵਿੱਚ ਟਰੰਪ ਦੇ ਵੇਲੇ ਤਾਂ ਟਰੰਪ ਨੇ ਇੰਡੀਆ ਨੂੰ ਫੋਰਸ ਕੀਤਾ ਵੀ ਆਇਲ ਵੀ ਬਾਏ ਕਰੋ ਅਮਰੀਕਾ ਤੋਂ, ਜਿਹੜਾ ਕੀਤਾ ਅੱਛਾ ਮਹਿੰਗੇ ਭਾਅ। ਪਰ ਬਾਈਡਨ ਐਡਮਿਨਿਸਟ੍ਰੇਸ਼ਨ ਦੇ ਵੇਲੇ ਇੰਡੀਆ ਨੇ ਕਰੂਡ ਆਇਲ ਰਸ਼ੀਆ ਤੋਂ ਵੀ ਬਾਏ ਕੀਤਾ, ਈਰਾਨ ਤੋਂ ਵੀ ਕੀਤਾ, ਕਿਉਂਕਿ ਈਰਾਨ ਦਾ ਚੀਪਰ ਹੈ, ਨੇੜੇ ਵੀ ਹੈ, ਡਿਲੀਵਰੀ ਵੀ ਨੇੜੇ ਹੈ। ਬਿਲਕੁਲ। ਪਰ ਇਸ ਵਾਰ ਨਾ ਸਿਰਫ ਟਰੰਪ ਇਸ ਮੁੱਦੇ ਦੇ ਉੱਤੇ ਚਾਬਹਾਰ ਪੋਰਟ ਦੇ ਉੱਤੇ ਸੈਂਕਸ਼ਨਸ ਲਾਉਣ ਦੀ ਗੱਲ ਕਰੇਗਾ ਇੰਡੀਆ ਤੇ, ਇਹ ਵੀ ਫੋਰਸ ਕਰੇਗਾ ਕਿ ਵੀ ਤੁਸੀਂ ਆਇਲ ਔਰ ਦੂਜਾ ਸਾਡੇ ਤੋਂ ਖਰੀਦੋ, ਔਰ ਇਹਦੇ ਨਾਲ ਨਾਲ ਜਿਹੜੀ ਡਿਫੈਂਸ ਇਕਵਿਪਮੈਂਟ ਹੈ, ਕਿਉਂਕਿ ਟਰੰਪ ਨੂੰ ਪਸੰਦ ਨਹੀਂ ਹੈ। ਇੰਡੀਆ ਇਸ ਵੇਲੇ ਸਾਊਦੀ ਅਰੇਬੀਆ ਤੋਂ ਬਾਅਦ ਸਭ ਤੋਂ ਵੱਡਾ ਬਾਇਰ ਹੈ ਡਿਫੈਂਸ ਫੀਲਡ ਦੇ ਵਿੱਚ। ਉਹਨਾਂ ਦਾ ਬਜਟ ਦਾ ਇੱਕ ਵੱਡਾ ਹਿੱਸਾ ਇਸ ਕੰਮ ਤੇ ਲੱਗਿਆ ਹੋਇਆ। ਉਹ ਭਾਵੇਂ 80% ਲੋਕ ਜਿਹੜੇ ਨੇ 80 ਕਰੋੜ ਲੋਕਾਂ ਨੂੰ ਮੁਫਤ 5 ਕਿਲੋ ਚੌਲ ਤੇ ਕਣਕ ਦਿੰਦੇ ਹੋਣ ਜੀ, ਔਰ ਇਹ ਅਮਰੀਕਾ ਟਰੰਪ ਇਹ ਵੀ ਕਹਿ ਰਿਹਾ ਵੀ ਰੂਸ ਤੋਂ ਘਟਾਓ, ਸਾਡੇ ਤੋਂ ਜ਼ਿਆਦਾ ਖਰੀਦੋ। ਸੋ ਇਹ ਜਿਹੜਾ ਚਾਬਹਾਰ ਪੋਰਟ ਵਾਲਾ ਮੁੱਦਾ ਹੈ, ਇਹ ਵੀ ਇਹਨਾਂ ਦੇ ਲਈ ਜਿਹੜਾ ਇੰਪੋਰਟੈਂਟ ਹੋਏਗਾ। ਬਾਕੀ ਜੇ ਐਲਨ ਮਸਕ ਔਰ ਦੂਸਰਿਆਂ ਦੇ ਨਾਲ 1 to 1 ਮਿਲਦਾ, ਸੋ ਅੱਜ ਹੀ ਇਹ ਖਬਰ ਹੈ ਕਿ ਭੂਟਾਨ ਨੇ ਈਵਨ ਐਲਨ ਮਸਕ ਦੀ ਜਿਹੜੀ ਸਟਾਰਲਿੰਕ ਨੂੰ ਉਹਦੀ ਐਂਟਰੀ ਭੂਟਾਨ 'ਚ ਹੋ ਗਈ ਹੈ। ਸੋ ਮੋਦੀ ਕੋਸ਼ਿਸ਼ ਕਰੇਗਾ ਕਿ ਵੀ ਉਹਨਾਂ ਨੂੰ ਜਿਹੜਾ ਹੈ ਉਹ ਇਹ ਸਾਰੇ ਦੇ ਨਾਲ ਇੰਡੀਆ ਵੀ ਆਉਣ ਦਾ ਸੱਦਾ ਦੇ। ਪਰ ਇੰਡੀਆ ਤੋਂ ਪਹਿਲਾਂ ਆਲਰੇਡੀ ਉਹਨਾਂ ਦਾ ਇੱਕ ਕੰਸਰਨ ਵੀ ਸੀ ਕਿ ਜੀ ਸਿਕਿਉਰਿਟੀ ਔਰ ਪ੍ਰਾਈਵੇਸੀ, ਔਰ ਇਹਦੇ ਨਾਲ ਨਾਲ ਰਿਲਾਇੰਸ ਜੀਓ ਦਾ ਕੀ ਬਣੇਗਾ ਜਿਨ੍ਹਾਂ ਦੇ ਕੋਲ ਇਹ ਸਾਰਾ, ਕਿਉਂਕਿ 2 ਪਾਰਟ ਕਮਿਊਨੀਕੇਸ਼ਨ ਦੇ ਨੇ। ਹਾਲਾਂ ਭੂਟਾਨ ਦੇ ਕੋਲ ਫਾਈਬਰ ਆਪਟਿਕਸ ਰਾਹੀਂ ਵੀ ਸੀ, ਲੇਕਿਨ ਦੂਰ ਦਰਾੜ ਏਰੀਆ ਦੇ ਵਿੱਚ ਸਟਾਰਲਿੰਕ ਤੇ ਥੱਲੇ ਆਲਰੇਡੀ ਭੂਟਾਨ ਦੀ ਜਿਹੜੀ ਈਵਨ ਸੈਟੇਲਾਈਟ ਵੀ ਲਾਂਚ ਕੀਤੀ ਹੋਈ ਹੈ ਐਲਨ ਮਸਕ ਨੇ ਆਪਣੀ ਮਦਦ ਦੇ ਨਾਲ, ਜਦੋਂ ਕਿ ਭਾਰਤ ਦਾ ਇਸਰੋ ਵਾਲਾ ਜਿਹੜਾ ਪ੍ਰੋਜੈਕਟ ਹੈ ਉਹ 4 ਸਾਲ ਬਾਅਦ ਆਇਆ। ਸੋ ਇਹ ਵੀ ਇਸ ਖਬਰ ਦਾ ਵੀ ਐਨ ਇਸ ਮੌਕੇ ਤੇ ਆਣਾ ਕਿ, ਔਰ ਇਹਨਾਂ ਦੀ ਆਪਣੀ ਮੀਡੀਆ ਦੀ ਖਬਰ ਹੈ ਕਿ ਐਜ਼ PM ਮੋਦੀ ਇਜ਼ ਐਕਸਪੈਕਟਡ ਟੂ ਡਿਸਕਸ ਐਲਨ ਮਸਕ's ਇੰਡੀਆ ਐਂਟਰੀ, ਸਟਾਰਲਿੰਕ ਸਟੀਲਸ ਏ ਮਾਰਚ ਇਨਟੂ ਭੂਟਾਨ, ਕਿ ਆਲਰੇਡੀ ਸਟਾਰਲਿੰਕ ਉੱਥੇ ਪਹੁੰਚਿਆ ਹੋਇਆ। ਹਾਲਾਂ ਜਦੋਂ ਜਿੱਥੇ ਮਨੀਪੁਰ ਦੇ ਵਿੱਚ ਸਿਵਲ ਵਾਰ ਲੱਗੀ ਹੋਈ ਹੈ, ਇੱਕ ਪਾਸੇ ਕੁਕੀ ਕ੍ਰਿਸਚਨ ਕਬੀਲੇ ਨੇ, ਦੂਸਰੇ ਪਾਸੇ ਮਾਈਤਾਈ ਹਿੰਦੂ ਕਬੀਲੇ ਨੇ, ਔਰ ਉੱਥੇ ਇੰਡੀਅਨ ਸਿਕਿਉਰਿਟੀ ਦਸਤਿਆਂ ਨੇ ਸਟਾਰਲਿੰਕ ਨੂੰ ਜਿਹੜਾ ਉਹ ਲੱਭਿਆ ਕਿ ਭਾਈ ਜਿਹੜੇ ਗੁਰੀਲੇ ਨੇ ਉਹਨਾਂ ਕੋਲ ਸਟਾਰਲਿੰਕ ਕਨੈਕਸ਼ਨ ਹੈ। ਸੋ ਇਹ ਇਕੱਲਾ ਇਹ ਨਹੀਂ ਹੈ ਜੀ ਕਿ ਇਸ ਵਪਾਰੀ ਦੀ ਥਾਂ ਤੁਸੀਂ ਉਸ ਵਪਾਰੀ ਨੂੰ ਖਰੀਦਿਆ। ਗੱਲ ਅਲਟੀਮੇਟਲੀ ਡਾਟਾ ਦੀ ਹੈ ਕਿ ਕਿਹਦੇ ਕੋਲ ਕਿੰਨਾ ਡਾਟਾ ਹੈ, ਔਰ ਜੇ ਸਟਾਰਲਿੰਕ ਔਰ ਦੂਸਰੇ ਉਹਨਾਂ ਦੀ ਐਂਟਰੀ ਵੱਜਦੀ ਹੈ। ਪਹਿਲਾਂ ਇੰਡੀਆ ਨੇ ਡਿਊ ਟੂ ਸਿਕਿਉਰਿਟੀ ਰੀਜ਼ਨਸ ਔਰ ਦੂਸਰਾ ਰਿਲਾਇੰਸ ਜੋ ਉਹਨੂੰ ਫਾਇਦਾ ਪਹੁੰਚਾਉਣ ਲਈ ਇਹਨਾਂ ਦੇ ਉੱਤੇ ਪਾਬੰਦੀ ਲਵਾਈ ਹੋਈ ਸੀ। ਲੇਕਿਨ ਹੁਣ ਕਿਉਂਕਿ ਐਲਨ ਮਸਕ ਅਸਲ ਦੇ ਵਿੱਚ ਪ੍ਰੈਜ਼ੀਡੈਂਟ ਦੀ ਕੁਰਸੀ ਤੇ ਦਿਨੇ ਟਰੰਪ ਬਹਿੰਦਾ ਹੈ, ਰਾਤ ਨੂੰ ਉਹ ਬਹਿ ਕੇ ਕੰਮ ਕਰਦਾ ਹੈ। ਸੋ ਹੁਣ ਇਹਨਾਂ ਨੂੰ ਵੀ ਪਤਾ ਹੈ ਕਿ ਭਾਈ ਕਿਵੇਂ ਆਪਣੀ ਜਾਨ ਬਚਾਣੀ ਹੈ। ਸੋ ਇਹਨਾਂ ਇਸ਼ੂਜ਼ ਦੇ ਉੱਤੇ ਜਿਹੜੀ ਹੈ ਉਹ ਗੱਲਬਾਤ ਦੀਆਂ ਸੰਭਾਵਨਾਵਾਂ ਨੇ। ਔਰ ਅਸੀਂ ਇਹ ਜਿਹੜੇ ਸਿੱਖ ਇਸ਼ੂ ਨੇ 2 ਜਿਨ੍ਹਾਂ ਦਾ, ਕਿਉਂਕਿ ਅਡਾਨੀ ਵਾਲੇ ਇਸ਼ੂ ਦੀ ਤਾਂ ਅਸੀਂ ਗੱਲ ਕੀਤੀ ਆਲਰੇਡੀ ਕਿ ਉਹ ਜਿਹੜਾ ਕੱਲ ਪ੍ਰੈਜ਼ੀਡੈਂਟ ਟਰੰਪ ਨੇ ਆਪਣਾ 80ਵਾਂ ਐਗਜ਼ੈਕਟਿਵ ਆਰਡਰ ਜਿਹਦੇ ਥੱਲੇ ਫੋਰਨ ਲੈਂਡ ਦੇ ਉੱਤੇ ਜਿਹੜਾ ਕਰਪਸ਼ਨ ਨੂੰ ਮੋਨੀਟਰ ਕਰਨ ਵਾਲੀ ਏਜੰਸੀ, ਉਹਨੂੰ 180 ਦਿਨਾਂ ਲਈ 6 ਮਹੀਨੇ ਦੇ ਲਈ ਆਪਣੇ ਅਟਾਰਨੀ ਜਨਰਲ ਨੂੰ ਕਿਹਾ ਕਿ ਇਹਨੂੰ ਰਿਵਿਊ ਕਰੋ। ਇਹ ਵੀ ਮੈਂ ਬਾਅਦ 'ਚ ਸੋਚਿਆ, ਮੈਂ ਕਿਹਾ ਵੀ ਇਹ 6 ਮਹੀਨੇ ਵੀ ਇਹ ਆਈ, ਇਹਦੀ ਟਾਈਮਿੰਗ ਦੇਖੋ ਤਾਂ ਇਹ ਹਾਲਾਂ ਉਹਦੇ ਤੇ 30-31 ਹੋਰ ਵੀ ਉਹ ਇਨਵੈਸਟੀਗੇਸ਼ਨ ਕਰ ਰਹੀ ਹੈ ਡਿਫਰੈਂਟ ਕੰਪਨੀਆਂ ਦੀ। ਪਰ ਇਹ ਵੀ ਮੈਨੂੰ ਲੱਗਦਾ ਹੈ ਵੀ 6 ਮਹੀਨੇ ਦਾ ਟਾਈਮ ਵੀ ਉਹਨਾਂ ਨੇ ਇਹਨੂੰ ਥੋੜ੍ਹਾ ਜਿਹਾ ਰਿਪਰੀਵ ਦੇਣ ਲਈ ਕੀਤਾ ਹੋਏਗਾ ਅਡਾਨੀ ਨੂੰ ਔਰ ਮੋਦੀ ਨੂੰ ਕਿ ਵੀ 6 ਮਹੀਨੇ ਜੇ ਤੁਸੀਂ ਬੰਦੇ ਦੇ ਪੁੱਤ ਨਾ ਬਣੇ ਤਾਂ ਫਿਰ ਇੱਧਰੋਂ ਫੜੁੰਗ ਲਾਂਗੇ। ਤੇ ਜਿਹੜਾ ਦੂਸਰਾ ਵੱਡਾ ਮੁੱਦਾ ਜਿਹਦੇ ਲਈ ਸਾਡਾ ਕੰਸਰਨ ਹੈ ਟਰਾਂਸਨੈਸ਼ਨਲ ਰਿਪਰੈਸ਼ਨ, ਅਮਰੀਕਾ ਦੀ ਸੋਵਰਨਿਟੀ ਵਾਇਲੇਟ ਕਰਨ ਦਾ, ਉਸ ਮੁੱਦੇ ਦੇ ਉੱਤੇ ਅਸੀਂ ਗੱਲ ਕਰਾਂਗੇ। ਸਾਨੂੰ ਜਿਹੜਾ ਖਾਸ ਤੌਰ ਤੇ ਅੱਜ ਹੀ CBC ਕੈਨੇਡੀਅਨ ਬ੍ਰੌਡਕਾਸਟਿੰਗ ਕਾਰਪੋਰੇਸ਼ਨ ਦੀ ਸਟੋਰੀ ਇਸ ਦੇ ਉੱਤੇ ਇੱਕ ਹੈ, ਉਸ ਨੂੰ ਕਿਉਂਕਿ ਅਸੀਂ ਥੋੜ੍ਹਾ ਜਿਹਾ ਇਨ ਡੀਟੇਲ ਡਿਸਕਸ ਕਰਨਾ ਚਾਹੁੰਦੇ। ਸੋ ਮੁੱਖ ਜਿਹੜੇ ਬਾਹਰ ਮੁਖੀ ਹੋਣਗੇ ਇਸ਼ੂ ਉਹ ਆਲਮੋਸਟ ਇਹੀ 3-4 ਇਸ਼ੂ ਨੇ ਜਿਨ੍ਹਾਂ ਦੀ ਚਰਚਾ ਹੋਣ ਦੀਆਂ ਸੰਭਾਵਨਾਵਾਂ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਧੰਨਵਾਦ। ਸੋ ਥੱਲੇ ਨੇ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਹੱਕ ਸੱਚ ਇਨਸਾਫ ਦੀ ਆਵਾਜ਼ ਬੁਲੰਦ ਕਰ ਰਿਹਾ ਹੈ। ਇਹ ਆਵਾਜ਼ ਤੁਹਾਡੇ ਪਿਆਰ ਸਦਕਾ, ਤੁਹਾਡੇ ਵਿਸ਼ਵਾਸ ਸਦਕਾ
ਤੁਹਾਡੇ ਡੋਨੇਸ਼ਨ ਸਦਕਾ ਹੀ ਹੋ ਸਕਦੀ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166195984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ।